ਹੈਲੋ ਫਰੈਂਡਸ, ਜਿਵੇਂ ਕਿ ਤੁਹਾਨੂੰ ਉੱਪਰ ਹੈਡਿੰਗ ਵਿਖ ਰਹੀ ਹੈ ਭਾਰਤੀ ਪਾਰਲੀਮੈਂਟ। ਅੱਜ ਆਪਾਂ ਭਾਰਤੀ ਪਾਰਲੀਮੈਂਟ ਭਾਵ ਸੰਸਦ ਦੇ ਬਾਰੇ ਪੜ੍ਹਾਂਗੇ ਕਿ ਸੰਸਦ ਦੇ ਵਿੱਚ ਕੀ ਕੁਝ ਸ਼ਾਮਿਲ ਹੈ ਅਤੇ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਸੰਸਦ ਦਾ ਗਠਨ ਕਰਨ ਬਾਰੇ ਕਿਹਾ ਗਿਆ ਹੈ। ਇਹਦੇ ਵਿੱਚ ਇਹਦੇ ਕਿੰਨੇ ਭਾਗ ਨੇ, ਕੌਣ ਕੌਣ ਸ਼ਾਮਿਲ ਹੈ, ਇਹਦੇ ਮੈਂਬਰ ਕਿਵੇਂ ਚੁਣੇ ਜਾਂਦੇ ਨੇ, ਠੀਕ ਹੈ। ਇਸ ਬਾਰੇ ਆਪਾਂ ਪੜ੍ਹਾਂਗੇ। ਥੱਲੇ ਜੋ ਇਹ ਭੂਮਿਕਾ ਦਿੱਤੀ ਹੋਈ ਹੈ ਸੰਸਦ ਦੀ, ਇਹ ਪੜ੍ਹ ਲੈਂਦੇ ਹਾਂ ਆਪਾਂ। ਭਾਰਤੀ ਸੰਸਦ ਭਾਵ ਪਾਰਲੀਮੈਂਟ ਭਾਰਤ ਦੀ ਸਰਵਉੱਚ ਵਿਧਾਨਕ ਸਭਾ ਹੈ। ਸਰਵਉੱਚ ਵਿਧਾਨਕ ਸਭਾ ਹੈ ਭਾਵ ਕਿ ਇਹ ਕਾਨੂੰਨ ਬਣਾਉਣ ਵਾਲੀ ਸਭ ਤੋਂ ਉੱਚੀ ਸੰਸਥਾ ਹੈ। ਕਾਨੂੰਨ ਬਣਾਉਣ ਦਾ, ਕਾਨੂੰਨਾਂ ਨੂੰ ਰੱਦ ਕਰਨ ਦਾ ਸਾਰਾ ਅਧਿਕਾਰ ਜੋ ਹੈ ਸੰਸਦ ਕੋਲ ਹੁੰਦਾ ਹੈ ਅਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦਾ ਅਧਿਕਾਰ ਵੀ ਸੰਸਦ ਕੋਲ ਹੀ ਹੈ। ਭਾਰਤੀ ਸੰਸਦ ਦੇ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ, ਲੋਕ ਸਭਾ ਲੋਕਾਂ ਦਾ ਸਦਨ ਅਤੇ ਰਾਜ ਸਭਾ ਰਾਜਾਂ ਦੀ ਪ੍ਰੀਸ਼ਦ। ਤਾਂ ਇਹ ਤਿੰਨ ਭਾਗ ਹੁੰਦੇ ਨੇ ਲੋਕ ਸਭਾ ਦੇ: ਰਾਸ਼ਟਰਪਤੀ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਅਤੇ ਰਾਜ ਸਭਾ ਜੋ ਹੈ ਇਸ ਨੂੰ ਉੱਪਰਲਾ ਸਦਨ ਭਾਵ ਉੱਚ ਸਦਨ ਵੀ ਕਿਹਾ ਜਾਂਦਾ ਹੈ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚੋਂ ਜਾਂ ਭਾਵ ਦੋਨਾਂ ਦਾ ਇਕੱਠਾ ਸੰਯੁਕਤ ਅਧਿਵੇਸ਼ਨ ਬੁਲਾਉਣ ਦੀ ਸ਼ਕਤੀ ਹੁੰਦੀ ਹੈ, ਜਾਂ ਕਿਸੇ ਇੱਕ ਸਦਨ ਨੂੰ ਵੀ ਬੁਲਾ ਸਕਦਾ। ਇਹਦੀ ਜੋ ਮੀਟਿੰਗ ਹੈ ਉਸ ਨੂੰ ਸਥਗਿਤ ਕਰ ਸਕਦਾ, ਮੀਟਿੰਗ ਬੁਲਾ ਸਕਦਾ। ਅਤੇ ਰਾਸ਼ਟਰਪਤੀ ਜੋ ਹੈ ਲੋਕ ਸਭਾ ਨੂੰ ਭੰਗ ਕਰਨ ਦੀ ਵੀ ਸ਼ਕਤੀ ਹੈ ਇਹਦੇ ਕੋਲ। ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ ਪ੍ਰੀਸ਼ਦ ਦੀ ਸਲਾਹ 'ਤੇ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਜੋ ਹੈ ਪ੍ਰਧਾਨ ਮੰਤਰੀ ਜਾਂ ਮੰਤਰੀ ਪ੍ਰੀਸ਼ਦ ਦੇ ਕਹਿਣ 'ਤੇ ਹੀ ਕਰਦਾ ਹੈ, ਆਪਦੀ ਮਰਜ਼ੀ ਨਾਲ ਨਹੀਂ ਕਰਦਾ, ਬਲਕਿ ਉਹ ਇਹਨਾਂ ਦੀ ਸਲਾਹ ਲੈ ਕੇ ਇਸ ਦਾ ਯੂਜ਼ ਕਰਦਾ ਹੈ। ਭਾਰਤੀ ਸੰਸਦ ਦਾ ਜੋ ਸੰਚਾਲਨ ਹੈ ਉਹ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਆਪਣਾ ਨਵੀਂ ਦਿੱਲੀ ਦੇ ਵਿੱਚ ਸਥਿਤ ਹੈ। ਆਪਣਾ ਸੰਸਦ ਭਵਨ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ ਹੈ। ਤਾਂ ਇਹ ਸੀਗੀ ਆਪਣੀ ਸੰਸਦ ਬਾਰੇ ਥੋੜ੍ਹੀ ਜਿਹੀ ਜਾਣਕਾਰੀ। ਆਓ ਹੁਣ ਆਪਾਂ ਸੰਸਦ ਦੇ ਬਾਰੇ ਡਿਟੇਲ ਜਾਣਕਾਰੀ ਲੈਂਦੇ ਹਾਂ, ਜਿਹਦੇ ਵਿੱਚ ਆਪਾਂ ਸੰਸਦ ਦੇ ਬਾਰੇ ਜਾਣਾਂਗੇ ਅਤੇ ਰਾਸ਼ਟਰਪਤੀ ਬਾਰੇ ਜਾਣਾਂਗੇ। ਕਿਹੜੇ ਅਨੁਛੇਦ ਦੇ ਵਿੱਚ ਰਾਸ਼ਟਰਪਤੀ ਦਾ ਵਰਣਨ ਹੈ, ਕਿਹੜੇ 'ਚ ਰਾਜ ਸਭਾ ਦਾ ਹੈ, ਕਿਹੜੇ ਅਨੁਛੇਦ ਦੇ ਵਿੱਚ ਲੋਕ ਸਭਾ ਦਾ ਵਰਣਨ ਕੀਤਾ ਹੋਇਆ। ਤਾਂ ਇਹਨਾਂ ਦੇ ਮੈਂਬਰਾਂ ਦੀ ਜੋ ਹੈ ਉਮਰ ਕਿੰਨੀ ਹੋਣੀ ਚਾਹੀਦੀ ਹੈ, ਇਹਨਾਂ ਦਾ ਕਾਰਜਕਾਲ ਕਿੰਨਾ ਹੋਣਾ ਚਾਹੀਦਾ, ਇਹਨਾਂ ਦੀ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ, ਰਾਸ਼ਟਰਪਤੀ ਲਈ ਉਮਰ ਅਤੇ ਯੋਗਤਾ ਕੀ ਹੋਣੀ ਚਾਹੀਦੀ ਹੈ, ਇਹਨਾਂ ਨੂੰ ਕਿਵੇਂ ਹਟਾਇਆ ਜਾ ਸਕਦਾ, ਇਹਦੇ ਬਾਰੇ ਆਪਾਂ ਪੜ੍ਹਾਂਗੇ। ਚਲੋ ਸ਼ੁਰੂ ਕਰਦੇ ਹਾਂ। ਅਤੇ ਤੁਸੀਂ ਚੈਨਲ ਨੂੰ ਜੋ ਹੈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਲਾਈਕ ਸ਼ੇਅਰ ਕਰੋ, ਤਾਂ ਕਿ ਆਪਣੇ ਜੋ ਹੈ ਫੋਲੋਅਰ 1000 ਪਲੱਸ ਹੋ ਸਕਣ ਅਤੇ ਆਪਾਂ ਲਾਈਵ ਆ ਕੇ ਆਪਣੀਆਂ ਕਲਾਸਾਂ ਲਾ ਸਕੀਏ। ਚਲੋ ਸਟਾਰਟ ਕਰਦੇ ਹਾਂ ਆਪਾਂ ਸੰਸਦ ਦੇ ਬਾਰੇ। ਤਾਂ ਫਰੈਂਡਸ, ਆਪਾਂ ਪਿੱਛੇ ਜੀ ਕੀਤਾ ਹੈਗਾ ਸੰਸਦ ਦੇ ਬਾਰੇ, ਅਤੇ ਹੁਣ ਆਪਾਂ ਸੰਸਦ ਦੇ ਬਾਰੇ ਥੋੜ੍ਹੀ ਡਿਟੇਲ ਜਾਣ ਲੈਂਦੇ ਹਾਂ ਕਿ ਕੀ ਕੁਝ ਹੈ ਇਹਦੇ 'ਚ। ਸੰਸਦ ਨੂੰ ਆਪਾਂ ਕੇਂਦਰੀ ਵਿਧਾਇਕਾ ਵੀ ਕਹਿੰਦੇ ਹਾਂ, ਕਿਉਂਕਿ ਇਹ ਕਾਨੂੰਨ ਬਣਾਉਣ ਦਾ ਨਿਰਮਾਣ ਕਰਦੀ ਹੈ। ਭਾਵ ਵਿਧਾਇਕਾ ਕਿਉਂ ਕਹਿੰਦੇ ਆ ਇਹਨੂੰ? ਵਿਧਾਇਕਾ ਕਿਉਂਕਿ ਇਹ ਕਾਨੂੰਨ ਨਿਰਮਾਣ ਦਾ ਕੰਮ ਕਰਦੀ ਹੈ ਅਤੇ ਕਾਨੂੰਨਾਂ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ ਅਤੇ ਕਾਨੂੰਨ ਨਿਰਮਾਣ ਕਰਨ ਦਾ ਵੀ ਕੰਮ ਕਰਦੀ ਹੈ ਅਤੇ ਕਾਨੂੰਨਾਂ ਨੂੰ ਖਤਮ ਕਰਨ ਦਾ ਵੀ ਕੰਮ ਕਰਦੀ ਹੈ। ਸੰਘੀ ਜਾਂ ਭਾਰਤੀ ਸੰਸਦ। ਹੁਣ ਭਾਰਤੀ ਸੰਸਦ ਨੂੰ ਸੰਘੀ ਸੰਸਦ ਕਿਉਂ ਲਿਖਿਆ ਮੈਂ? ਕਿਉਂਕਿ ਆਪਣੇ ਸੰਵਿਧਾਨ ਦੇ ਅਨੁਛੇਦ 1 ਦੇ ਵਿੱਚ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇੰਡੀਆ ਭਾਵ ਭਾਰਤ ਰਾਜਾਂ ਦਾ ਸੰਘ ਹੋਵੇਗਾ। ਤਾਂ ਇਸ ਲਈ ਆਪਾਂ ਭਾਰਤੀ ਸੰਸਦ ਨੂੰ ਸੰਘੀ ਸੰਸਦ ਵੀ ਕਹਿ ਸਕਦੇ ਹਾਂ। ਤਾਂ ਭਾਰਤੀ ਸੰਸਦ ਦੇ ਗਠਨ ਬਾਰੇ ਕਿੱਥੇ ਲਿਖਿਆ ਹੋਇਆ? ਤਾਂ ਭਾਰਤੀ ਸੰਸਦ ਦੇ ਗਠਨ ਬਾਰੇ ਆਪਣਾ ਲਿਖਿਆ ਹੋਇਆ ਭਾਰਤੀ ਸੰਵਿਧਾਨ ਦੇ ਅਨੁਛੇਦ, ਇਹ ਅਨੂ ਦਾ ਮਤਲਬ ਆਪਾਂ ਲਿਖਿਆ ਅਨੁਛੇਦ 79 ਜੋ ਹੈ ਇਹਦੇ ਵਿੱਚ ਕੀ ਲਿਖਿਆ ਹੈ? ਸੰਸਦ ਦੇ ਬਾਰੇ ਲਿਖਿਆ ਹੋਇਆ ਹੈ ਕਿ ਸੰਸਦ ਦਾ ਗਠਨ ਹੋਵੇਗਾ। ਅਤੇ ਆਪਾਂ ਇਹ ਅਨੁਛੇਦ ਪੜ੍ਹ ਲੈਂਦੇ ਹਾਂ ਕੀ ਹੈ ਇਹਦੇ 'ਚ। ਇਹਦੇ 'ਚ ਲਿਖਿਆ ਹੋਇਆ ਹੈ ਕਿ ਸੰਘ ਦੇ ਲਈ ਇੱਕ ਸੰਘ ਭਾਵ ਭਾਰਤ, ਕਿਉਂਕਿ ਰਾਜਾਂ ਦਾ ਸੰਘ ਕਿਹਾ ਗਿਆ ਇਹਨੂੰ ਅਨੁਛੇਦ 1 ਦੇ ਵਿੱਚ ਭਾਗ ਪਹਿਲੇ ਦੇ ਵਿੱਚ। ਤਾਂ ਸੰਘ ਦੇ ਲਈ ਇੱਕ ਸੰਸਦ ਹੋਵੇਗੀ ਜੋ ਰਾਸ਼ਟਰਪਤੀ ਅਤੇ ਦੋ ਸਦਨਾਂ ਦੇ ਨਾਲ ਮਿਲ ਕੇ ਬਣੇਗੀ,
ਜਿਨ੍ਹਾਂ ਦੇ ਨਾਂ ਰਾਜ ਸਭਾ ਅਤੇ ਲੋਕ ਸਭਾ ਹੋਣਗੇ। ਕੀ ਕਿਹਾ ਗਿਆ ਹੈ ਕਿ ਸੰਸਦ ਦੇ ਵਿੱਚ ਕੌਣ ਹੋਣਗੇ, ਸੰਘੀ ਜੋ ਸੰਸਦ ਹੈ ਇਹਦੇ ਵਿੱਚ ਕੌਣ ਕੌਣ ਹੋਣਗੇ। ਇਹ ਅਨੁਛੇਦ 79 ਦੇ ਵਿੱਚ ਕਿਹਾ ਗਿਆ ਕਿ ਸੰਸਦ ਦੇ ਵਿੱਚ ਕੌਣ ਕੌਣ ਹੋਣਗੇ। ਪਹਿਲਾ ਹੋਏਗਾ, ਇਹਦੇ 'ਚ ਆਪਾਂ ਡਾਇਗਰਾਮ ਬਣਾ ਲੈਂਦੇ ਹਾਂ ਛੋਟਾ ਜਿਹਾ। ਇਹਦੇ ਵਿੱਚ ਪਹਿਲਾ ਹੋਏਗਾ ਆਪਣਾ ਰਾਸ਼ਟਰਪਤੀ, ਫਿਰ ਆਪਣਾ ਰਾਜ ਸਭਾ, ਅੱਪਰ ਤੋਂ ਲੋਅਰ ਤੱਕ ਆਵਾਂਗੇ ਆਪਾਂ, ਫਿਰ ਆਪਣਾ ਲਿਖਿਆ ਹੈ ਲੋਕ ਸਭਾ। ਠੀਕ ਹੈ ਜੀ। ਤਾਂ ਇਹ ਤਿੰਨਾਂ ਨਾਲ ਹੀ ਆਪਣਾ ਜੋ ਹੈ ਸੰਸਦ ਕੰਪਲੀਟ ਹੁੰਦੀ ਹੈ। ਇਹ ਤਿੰਨ ਭਾਗ ਨੇ ਸੰਸਦ ਦੇ, ਕਿਉਂਕਿ ਭਾਰਤੀ ਸੰਵਿਧਾਨ ਦੇ 79 ਦੇ ਵਿੱਚ ਇੱਕ ਕਲੀਅਰ ਕੀਤਾ ਗਿਆ ਹੈ ਕਿ ਸੰਸਦ ਦੇ ਕਿਹੜੇ ਕਿਹੜੇ ਭਾਗ ਹੋਣਗੇ। ਇਹ ਤਿੰਨ ਜੋ ਭਾਗ ਨੇ ਇਹ ਜੋ ਹੈ ਸੰਸਦ ਦੇ ਭਾਗ ਨੇ। ਤੇ ਹੁਣ ਕੁਐਸਚਨ ਬਣਦਾ ਹੈ ਕਿ ਕੀ ਰਾਸ਼ਟਰਪਤੀ ਜੋ ਹੈ ਸੰਸਦ ਦਾ ਭਾਗ ਹੁੰਦਾ ਹੈ ਜਾਂ ਸੰਸਦ ਦਾ ਹਿੱਸਾ ਹੁੰਦਾ ਹੈ। ਤਾਂ ਹਾਂ, ਇਹਦਾ ਆਨਸਰ ਹੈ ਹਾਂ, ਰਾਸ਼ਟਰਪਤੀ ਜੋ ਹੈ ਸੰਸਦ ਦਾ ਹਿੱਸਾ ਹੁੰਦਾ। ਕਈ ਵਾਰ ਆਪਸ਼ਨ ਦੇ ਕੇ ਪੁੱਛ ਲਿਆ ਜਾਏਗਾ ਕਿ ਹੇਠ ਲਿਖਿਆਂ ਦੇ ਵਿੱਚੋਂ ਕੌਣ ਸੰਸਦ ਦਾ ਭਾਗ ਹੈ ਜਾਂ ਸੰਸਦ ਦਾ ਹਿੱਸਾ ਹੈ, ਜਿਹਦੇ ਵਿੱਚ ਤੁਹਾਨੂੰ ਆਪਸ਼ਨ ਦੇ ਦੇਗਾ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਜਪਾਲ ਤੇ ਰਾਸ਼ਟਰਪਤੀ। ਜਾਂ ਤੁਹਾਨੂੰ ਮੁੱਖ ਮੰਤਰੀ ਦੀ ਆਪਸ਼ਨ ਨਾ ਦੇ ਕੇ ਉਹ ਅਟਾਰਨੀ ਜਨਰਲ ਨਾ ਦੇ ਦੇਗਾ, ਤਾਂ ਆਪਣਾ ਆਨਸਰ ਆਏਗਾ ਰਾਸ਼ਟਰਪਤੀ। ਤੇ ਸੰਸਦ ਦੇ ਦੋ ਭਾਗ ਕਿਹੜੇ ਕਿਹੜੇ ਨੇ, ਰਾਜ ਸਭਾ ਤੇ ਲੋਕ ਸਭਾ। ਹੁਣ ਰਾਜ ਸਭਾ ਬਾਰੇ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਲਿਖਿਆ ਹੋਇਆ ਹੈ। ਤਾਂ ਅਨੁਛੇਦ ਜੋ 80 ਹੈਗਾ ਆਪਣੇ ਭਾਰਤੀ ਸੰਵਿਧਾਨ ਦਾ, ਅਨੁਛੇਦ 80, ਇਹਦੇ ਵਿੱਚ ਆਪਣੇ ਰਾਜ ਸਭਾ ਦੇ ਗਠਨ ਬਾਰੇ ਲਿਖਿਆ ਹੋਇਆ ਹੈ। ਤੇ ਲੋਕ ਸਭਾ ਦਾ ਕਿੱਥੇ ਵਰਣਨ ਹੈਗਾ, ਲੋਕ ਸਭਾ ਦਾ ਹੈਗਾ ਭਾਰਤੀ ਸੰਵਿਧਾਨ ਦੇ ਅਨੁਛੇਦ 81 ਦੇ ਵਿੱਚ ਕਿ ਭਾਰਤੀ ਸੰਸਦ ਦੇ ਵਿੱਚ ਇੱਕ ਲੋਕ ਸਭਾ ਹੋਏਗੀ ਜਿਹਦਾ ਗਠਨ ਕੀਤਾ ਜਾਏਗਾ। ਤੇ ਰਾਸ਼ਟਰਪਤੀ ਬਾਰੇ ਕਿਹੜੇ ਅਨੁਛੇਦ ਦੇ ਵਿੱਚ ਲਿਖਿਆ ਹੋਇਆ, ਲਿਖਿਆ ਤਾਂ ਆਪਣੇ ਵੈਸੇ 79 ਦੇ ਵਿੱਚ ਵੀ ਹੈ ਕਿ ਰਾਸ਼ਟਰਪਤੀ ਹੋਏਗਾ, ਪਰ ਰਾਸ਼ਟਰਪਤੀ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ। ਇਹ ਲਾਈਨ ਕਿੱਥੇ ਲਿਖੀ ਹੋਈ ਹੈ, ਇਹ ਲਿਖੀ ਹੋਈ ਹੈ ਆਪਣੇ ਅਨੁਛੇਦ 52 ਦੇ ਵਿੱਚ, ਅਨੁਛੇਦ 52 ਦੇ ਵਿੱਚ ਲਿਖੀ ਹੋਈ ਹੈ। ਤਾਂ ਇਹ ਯਾਦ ਰੱਖਣਾ ਹੈ ਕਿ ਰਾਸ਼ਟਰਪਤੀ ਹੋਏਗਾ ਭਾਰਤ ਦਾ, ਇਹ ਕਿੱਥੇ ਲਿਖਿਆ ਹੋਇਆ ਭਾਰਤੀ ਸੰਵਿਧਾਨ ਦੇ ਵਿੱਚ, ਤਾਂ ਅਨੁਛੇਦ 52 ਦੇ ਵਿੱਚ ਲਿਖਿਆ ਹੋਇਆ। ਰਾਜ ਸਭਾ ਦਾ ਵਰਣਨ ਕਿੱਥੇ ਹੋਇਆ, ਗਠਨ ਦੀ ਗੱਲ ਕਿੱਥੇ ਕਹੀ ਹੈ, ਅਨੁਛੇਦ 80 ਦੇ ਵਿੱਚ। ਤੇ ਲੋਕ ਸਭਾ ਦੇ ਗਠਨ ਦੀ ਗੱਲ ਕਿੱਥੇ ਕਹੀ ਹੈ, ਅਨੁਛੇਦ 81 ਦੇ ਵਿੱਚ ਕਹੀ ਹੈ। ਤਾਂ ਆਪਾਂ ਅੱਗੇ ਪੜ੍ਹਦੇ ਹਾਂ ਰਾਸ਼ਟਰਪਤੀ, ਰਾਜ ਸਭਾ ਤੇ ਲੋਕ ਸਭਾ ਦੀ ਬਾਰੇ ਡਿਟੇਲ। ਇਹ ਤਾਂ ਆਪਣੀ ਸੰਸਦ ਸੀਗੀ, ਸੰਸਦ ਦੇ ਬਾਰੇ ਇਹੀ ਕੁਐਸਚਨ ਸੀਗਾ। ਸੰਸਦ ਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਪਾਰਲੀਮੈਂਟ, ਇਹ ਵੀ ਨਾਲ ਲਿਖ ਲਓ, ਪਾਰਲੀਮੈਂਟ। ਪਾਰਲੀਮੈਂਟ ਜੋ ਹੈ ਸ਼ਬਦ, ਇਹ ਅੰਗਰੇਜ਼ੀ ਦਾ ਵਰਡ ਹੈ, ਇੰਗਲਿਸ਼ ਦੇ ਵਿੱਚ ਇਹਨੂੰ ਪਾਰਲੀਮੈਂਟ ਕਿਹਾ ਜਾਂਦਾ ਹੈ। ਤਾਂ ਰਾਸ਼ਟਰਪਤੀ ਜੋ ਹੈ ਅਨੁਛੇਦ 52 ਦੇ ਵਿੱਚ ਹੈ, ਰਾਜ ਸਭਾ ਅਨੁਛੇਦ 80 ਦੇ ਵਿੱਚ ਹੈ, ਲੋਕ ਸਭਾ ਅਨੁਛੇਦ 81 ਦੇ ਵਿੱਚ ਹੈ, ਤੇ ਆਪਣੀ ਸੰਸਦ ਅਨੁਛੇਦ 80 ਦੇ ਵਿੱਚ ਹੈ। ਤੇ ਅੱਗੇ ਆਪਾਂ ਪੜ੍ਹਦੇ ਹਾਂ ਰਾਜ ਸਭਾ ਬਾਰੇ, ਕਿਉਂਕਿ ਕਰਨਾ ਤਾਂ ਪਹਿਲਾਂ ਆਪਾਂ ਨੂੰ ਰਾਸ਼ਟਰਪਤੀ ਬਾਰੇ ਚਾਹੀਦਾ, ਪਰ ਰਾਸ਼ਟਰਪਤੀ ਥੋੜ੍ਹਾ ਜਿਹਾ ਟੌਪਿਕ ਲੰਬਾ ਹੈਗਾ। ਇਹਨਾਂ ਦੀਆਂ ਸ਼ਕਤੀਆਂ ਬਾਰੇ, ਮਹਾਭਿਯੋਗ ਬਾਰੇ ਇਹ ਆਪਾਂ ਸਭ ਕੁਝ ਪੜ੍ਹਨਾ ਹੈ। ਇਸ ਲਈ ਆਪਾਂ ਪਹਿਲਾਂ ਛੋਟਾ ਟੌਪਿਕ ਸ਼ੁਰੂ ਕਰਦੇ ਹਾਂ, ਰਾਜ ਸਭਾ ਤੇ ਲੋਕ ਸਭਾ ਕੰਪਲੀਟ ਕਰ ਲੈਂਦੇ ਹਾਂ, ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਕਰਾਂਗੇ। ਪਹਿਲਾਂ ਆਪਾਂ ਕਰਨਾ ਤਾਂ ਇਹੀ ਰਾਸ਼ਟਰਪਤੀ ਚਾਹੀਦਾ ਸੀ, ਪਰ ਟੌਪਿਕ ਲੰਬਾ ਹੋ ਜਾਏਗਾ, ਇਸ ਲਈ ਆਪਾਂ ਪਹਿਲਾਂ ਛੋਟੇ ਟੌਪਿਕ ਨਿਬੇੜ ਲਈਏ, ਫਿਰ ਆਪਾਂ ਰਾਸ਼ਟਰਪਤੀ ਨੂੰ ਆਰਾਮ ਨਾਲ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਤਾਂ ਚਲੋ ਫਰੈਂਡਸ, ਆਪਾਂ ਰਾਜ ਸਭਾ ਬਾਰੇ ਸ਼ੁਰੂ ਕਰਦੇ ਹਾਂ। ਰਾਜ ਸਭਾ ਜੋ ਹੈ ਅਨੁਛੇਦ 80 ਦੇ ਵਿੱਚ ਹੈ, ਭਾਰਤੀ ਸੰਵਿਧਾਨ ਦੇ ਅਨੁਛੇਦ 80 ਦੇ ਵਿੱਚ ਇਸ ਦਾ ਵਰਣਨ ਕੀਤਾ ਗਿਆ ਹੈ। ਅਨੁਛੇਦ 80 ਕਹਿੰਦਾ ਹੈ ਕਿ ਸੰਸਦ ਦਾ ਇੱਕ ਉੱਪਰਲਾ ਜੋ ਹੈ ਸਦਨ ਹੈ ਜਿਸ ਦਾ ਗਠਨ ਕੀਤਾ ਜਾਵੇਗਾ। ਤੇ ਆਪਾਂ ਇਹਦੇ ਨਾਵਾਂ ਬਾਰੇ ਜਾਣ ਲੈਂਦੇ ਹਾਂ ਕਿ ਇਹਨੂੰ ਕੀ ਕਿਹਾ ਜਾਂਦਾ। ਸੰਸਦ ਦੇ ਹੋਰ ਕਿਹੜੇ ਕਿਹੜੇ ਨਾਂ ਨੇ, ਇਹਨੂੰ ਕਾਉਂਸਿਲ ਆਫ ਸਟੇਟ ਵੀ ਕਿਹਾ ਜਾਂਦਾ, ਆਫ ਸਟੇਟ, ਕਾਉਂਸਲ ਆਫ ਸਟੇਟ ਵੀ ਕਿਹਾ ਜਾਂਦਾ।
ਦੂਜਾ ਇਹਨੂੰ ਅਪਰ ਹਾਊਸ ਵੀ ਕਿਹਾ ਜਾਂਦਾ। ਇਸ ਨੂੰ ਸਥਾਈ ਸਦਨ ਵੀ ਕਿਹਾ ਜਾਂਦਾ। ਇਸ ਨੂੰ ਸਥਾਈ ਸਦਨ ਕਿਉਂ ਕਿਹਾ ਜਾਂਦਾ? ਕਿਉਂਕਿ ਰਾਸ਼ਟਰਪਤੀ ਜੋ ਹੈ ਲੋਕ ਸਭਾ ਦੀ ਤਰ੍ਹਾਂ ਇਸ ਨੂੰ ਭੰਗ ਨਹੀਂ ਕਰ ਸਕਦਾ। ਰਾਸ਼ਟਰਪਤੀ ਭੰਗ ਨਹੀਂ ਕਰ ਸਕਦਾ। ਲੋਕ ਸਭਾ ਨੂੰ ਜੋ ਹੈ ਰਾਸ਼ਟਰਪਤੀ ਭੰਗ ਕਰ ਸਕਦਾ ਹੈ ਮੰਤਰੀ ਪ੍ਰੀਸ਼ਦ ਜਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ, ਪਰ ਰਾਜ ਸਭਾ ਨੂੰ ਰਾਸ਼ਟਰਪਤੀ ਜੋ ਹੈ ਭੰਗ ਨਹੀਂ ਕਰ ਸਕਦਾ। ਇਹ ਇੱਕ ਸਥਾਈ ਸਦਨ ਹੈ। ਤੇ ਇਸ ਨੂੰ ਐਲਡਰ ਹਾਊਸ ਵੀ ਕਿਹਾ ਜਾਂਦਾ। ਐਲਡਰ ਹਾਊਸ ਇਸ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ। ਇਹਨੂੰ ਉੱਚ ਸਦਨ ਵੀ ਕਿਹਾ ਜਾਂਦਾ। ਉੱਚ ਸਦਨ, ਉੱਪਰਲਾ ਸਦਨ, ਐਲਡਰ ਹਾਊਸ, ਸਥਾਈ ਸਦਨ, ਅਪਰ ਹਾਊਸ ਜਾਂ ਪਾਰਲੀਮੈਂਟ ਹਾਊਸ ਵੀ ਕਿਹਾ ਜਾਂਦਾ। ਇਹਨੂੰ ਸੰਸਦ ਦਾ ਇੱਕ ਸਦਨ। ਪਾਰਲੀਮੈਂਟ ਹਾਊਸ ਵੀ ਇਸ ਨੂੰ ਕਿਹਾ ਜਾਂਦਾ। ਇਹ ਸੀਗੇ ਇਹਦੇ ਕੁਝ ਨਾਂ ਜਿਨ੍ਹਾਂ ਨੂੰ ਯਾਦ ਰੱਖਣਾ। ਇਹ ਨਾਂ ਦੇ ਕੇ ਆਪਾਂ ਤੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਾਉਂਸਲ ਆਫ ਸਟੇਟ ਦੇ ਕਿੰਨੇ ਮੈਂਬਰ ਹੁੰਦੇ ਨੇ ਜਾਂ ਅਪਰ ਹਾਊਸ ਦੇ ਕਿੰਨੇ ਮੈਂਬਰ ਹੁੰਦੇ ਨੇ, ਅਪਰ ਹਾਊਸ ਦਾ ਗਠਨ ਦੇ ਬਾਰੇ ਕਿਹੜੇ ਅਨੁਛੇਦ ਦੇ ਵਿੱਚ ਲਿਖਿਆ ਗਿਆ। ਇਸ ਤਰ੍ਹਾਂ ਦੇ ਕੁਐਸਚਨ ਜੋ ਹੈ ਬਣ ਸਕਦੇ ਨੇ। ਤਾਂ ਇਹਨਾਂ ਬਾਰੇ ਆਪਾਂ ਧਿਆਨ ਨਾਲ ਪੜ੍ਹਨਾ। ਇਹ ਸਾਰੇ ਨਾਂ ਯਾਦ ਰੱਖਣੇ ਆ ਕਿ ਇਹ ਰਾਜ ਸਭਾ ਨੂੰ ਹੀ ਕਹੇ ਜਾਂਦੇ ਨੇ। ਇਸ ਤੋਂ ਬਾਅਦ ਵੇਖ ਲੈਂਦੇ ਹਾਂ ਕਿ ਆਪਣੀ ਪਹਿਲੀ ਰਾਜ ਸਭਾ ਜੋ ਹੈ ਇਹਦਾ ਗਠਨ ਕਦੋਂ ਹੋਇਆ ਸੀਗਾ। ਪਹਿਲੀ ਰਾਜ ਸਭਾ ਜਾਂ ਗਠਨ ਇਹ ਹੋਇਆ ਸੀਗਾ 1952 ਦੇ ਵਿੱਚ। ਇਸ ਦਾ ਗਠਨ ਹੋ ਚੁੱਕਿਆ ਸੀਗਾ। ਰਾਜ ਸਭਾ ਦਾ ਗਠਨ ਹੀ ਕਹਿ ਲਿਓ ਜਾਂ ਪਹਿਲੀ ਵਾਰ ਰਾਜ ਸਭਾ ਦਾ ਗਠਨ ਕਹਿ ਲਓ। ਤਾਂ ਇਹ ਆਪਣਾ 1952 ਦੇ ਵਿੱਚ ਹੋ ਚੁੱਕਿਆ ਸੀਗਾ। ਤਾਂ 1952 ਦੇ ਨਾਲ ਹੀ ਆਪਣਾ ਜੋ ਹੈ ਇੱਕ ਕੁਐਸਚਨ ਬਣ ਕੇ ਆਉਂਦਾ ਕਿ ਪਹਿਲੀ ਵਾਰ ਭਾਰਤ ਦੇ ਵਿੱਚ ਆਮ ਚੁਣਾਵ ਕਦੋਂ ਹੋਏ ਸੀਗੇ। ਆਮ ਚੋਣਾਂ ਜਾਂ ਚੁਣਾਵ, ਪਹਿਲੀ ਵਾਰ ਆਮ ਚੁਣਾਵ ਕਦੋਂ ਹੋਏ ਸੀਗੇ? ਤਾਂ ਪਹਿਲੀ ਵਾਰ ਆਮ ਚੁਣਾਵ ਹੋਏ ਸੀਗੇ 1951 ਤੋਂ 1952 ਦੇ ਵਿੱਚ। ਇਹ 25 ਅਕਤੂਬਰ ਤੋਂ ਸਟਾਰਟ ਹੋਏ ਸੀਗੇ ਇਲੈਕਸ਼ਨ, 25 ਅਕਤੂਬਰ 1951 ਤੋਂ, ਤੇ 20 ਫਰਵਰੀ 1952 ਦੇ ਵਿੱਚ ਇਹ ਸੰਪੰਨ ਹੋ ਗਏ ਸੀ। ਤੇ ਆਪਣੀ ਜੋ ਪਹਿਲੀ ਰਾਜ ਸਭਾ ਜੋ ਹੈ 1952 ਦੇ ਵਿੱਚ ਬਣ ਕੇ ਤਿਆਰ ਹੋ ਚੁੱਕੀ ਸੀ। ਸੰਸਦ ਆਪਣੀ ਪੂਰੀ ਤਿਆਰ ਸੀ। ਤਾਂ ਇਹ ਕੁਐਸਚਨ ਸੀਗੇ ਕੁਝ ਰਾਜ ਸਭਾ ਦੇ ਬਾਰੇ ਸਟਾਰਟਿੰਗ ਦੇ ਵਿੱਚ। ਇਹਨੂੰ ਥੋੜ੍ਹਾ ਰਿਪੀਟ ਕਰ ਲੈਂਦੇ ਹਾਂ ਕਿ ਰਾਜ ਸਭਾ ਜੋ ਹੈ ਇਹ ਕਿਹੜੇ ਅਨੁਛੇਦ ਦੇ ਵਿੱਚ ਲਿਖੀ ਗਈ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 80 ਦੇ ਵਿੱਚ ਇਸ ਦਾ ਵਰਣਨ ਹੈਗਾ। ਇਸ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਕਾਉਂਸਲ ਆਫ ਸਟੇਟ, ਅਪਰ ਹਾਊਸ, ਸਥਾਈ ਸਦਨ। ਸਥਾਈ ਸਦਨ ਕਿਉਂ ਕਿਹਾ ਜਾਂਦਾ? ਕਿਉਂਕਿ ਇਸ ਨੂੰ ਕਦੇ ਭੰਗ ਨਹੀਂ ਕੀਤਾ ਜਾ ਸਕਦਾ। ਇਸ ਨੂੰ ਡਿਸੋਲਵ ਨਹੀਂ ਕਰ ਸਕਦਾ ਰਾਸ਼ਟਰਪਤੀ। ਲੋਕ ਸਭਾ ਦੀ ਤਰ੍ਹਾਂ ਭੰਗ ਨਹੀਂ ਕਰ ਸਕਦੇ। ਤੇ ਇਹਦੇ ਜਿਹੜੇ ਮੈਂਬਰ ਹੈ ਉਹ ਹਰ 2 ਸਾਲ ਬਾਅਦ 1/3 ਮੈਂਬਰ ਜਿਹੜੇ ਆ ਰਿਟਾਇਰ ਹੋ ਜਾਂਦੇ ਨੇ ਤੇ ਉਹਨਾਂ ਦੀ ਥਾਂ ਤੇ ਨਵੇਂ ਚੁਣ ਲਏ ਜਾਂਦੇ ਨੇ। ਇਸ ਲਈ ਇਸ ਨੂੰ ਸਥਾਈ ਸਦਨ ਕਿਹਾ ਜਾਂਦਾ। ਤੇ ਐਲਡਰ ਹਾਊਸ ਵੀ ਇਸੇ ਨੂੰ ਕਿਹਾ ਜਾਂਦਾ। ਉੱਪਰਲਾ ਸਦਨ ਵੀ ਇਸੇ ਨੂੰ ਹੀ ਕਿਹਾ ਜਾਂਦਾ ਤੇ ਉੱਚ ਸਦਨ ਵੀ ਇਹਨੂੰ ਕਿਹਾ ਜਾਂਦਾ। ਤਾਂ ਪਾਰਲੀਮੈਂਟ ਹਾਊਸ ਵੀ ਰਾਜ ਸਭਾ ਨੂੰ ਹੀ ਕਿਹਾ ਜਾਂਦਾ। ਇਸ ਤੋਂ ਬਾਅਦ ਪਹਿਲੀ ਰਾਜ ਸਭਾ ਦਾ ਗਠਨ ਜੋ ਹੋਇਆ 1952 ਦੇ ਵਿੱਚ ਹੋਇਆ ਸੀਗਾ ਪਹਿਲੀ ਵਾਰ। ਆਮ ਚੋਣਾਂ ਪਹਿਲੀ ਵਾਰ ਕਦੋਂ ਹੋਈਆਂ ਸੀ ਭਾਰਤ ਦੇ ਵਿੱਚ? ਇਹ ਬਹੁਤ ਵਾਰ ਕੁਐਸਚਨ ਜੋ ਹੈ SSC GD ਦੇ ਵਿੱਚ ਰਿਪੀਟ ਹੋਈਆਂ। SSC GD ਵਾਲੇ ਜੋ ਤਿਆਰੀ ਕਰ ਰਹੇ ਨੇ ਉਹ ਧਿਆਨ ਨਾਲ ਵੇਖ ਲੈਣ। ਤੇ ਵੈਸੇ ETT ਕੈਡਰ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ETT ਵਾਲੇ ਵੀ ਵੇਖ ਲੈਣ। ਪਹਿਲੀ ਵਾਰ ਆਮ ਚੁਣਾਵ ਹੋਏ ਸੀਗੇ 1951-52 ਦੇ ਸੈਸ਼ਨ ਦੇ ਵਿੱਚ ਸੰਪੰਨ ਹੋ ਗਏ ਸੀ। ਜੇ ਆਪਣਾ ਜੋ ਹੈ 1952 ਇਕੱਲਾ ਦਿੱਤਾ ਹੋਵੇ, 51 ਨਾ ਦਿੱਤਾ ਹੋਵੇ ਤਾਂ ਆਪਾਂ 52 ਨੂੰ ਟਿਕ ਕਰਨਾ। ਜੇ ਸੈਸ਼ਨ ਬਣਾ ਕੇ ਦਿੱਤਾ ਹੋਵੇ ਤਾਂ 1951-52 ਲਿਖਿਆ ਹੋਏਗਾ ਤਾਂ ਆਪਾਂ ਇਹਦੇ 'ਤੇ ਟਿਕ ਲਾਵਾਂਗੇ। ਤੇ ਪੂਰੀ ਡੇਟ ਦਿੱਤੀ ਹੋਏ ਤਾਂ 25 ਅਕਤੂਬਰ 1951 ਨੂੰ ਸਟਾਰਟ ਹੋਏ ਸੀਗੇ ਤੇ ਇਹ ਸੰਪੰਨ ਹੋ ਚੁੱਕੇ ਸੀਗੇ 20 ਫਰਵਰੀ 1952 ਦੇ ਵਿੱਚ। ਤੇ ਚਲੋ ਆਪਾਂ ਇਹਦੇ ਮੈਂਬਰਾਂ ਬਾਰੇ ਜਾਣ ਲੈਂਦੇ ਹਾਂ। ਰਾਜ ਸਭਾ ਦੇ ਮੈਂਬਰ। ਤਾਂ ਫਰੈਂਡਸ ਆਪਾਂ ਪੜ੍ਹਦੇ ਹਾਂ ਰਾਜ ਸਭਾ ਦੇ ਮੈਂਬਰਾਂ ਦੇ ਬਾਰੇ। ਰਾਜ ਸਭਾ ਦਾ ਜੋ ਗਠਨ ਹੈ ਇਸ ਦੇ ਬਾਰੇ ਭਾਰਤੀ ਸੰਵਿਧਾਨ ਦੇ 80 ਅਨੁਛੇਦ ਦੇ ਵਿੱਚ ਲਿਖਿਆ ਗਿਆ ਹੈ।
ਫਿਰ ਇਹਦੇ ਮੈਂਬਰ ਹੋਣਗੇ ਕਿੰਨੇ ਹੋਣਗੇ? ਕੁੱਲ ਮੈਂਬਰਾਂ ਦੀ ਸੰਖਿਆ ਜੋ ਹੈ ਜ਼ਿਆਦਾ ਤੋਂ ਜ਼ਿਆਦਾ ਅਧਿਕਤਮ ਪਾਓ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਹੋ ਸਕਦੇ ਨੇ? ਤਾਂ ਇਹਦੇ ਮੈਂਬਰ ਜੋ ਹੈ 250 ਮੈਂਬਰ ਹੋ ਸਕਦੇ ਨੇ। ਤੇ ਇਹਨਾਂ 250 ਮੈਂਬਰਾਂ ਬਾਰੇ ਕਿੱਥੇ ਲਿਖਿਆ ਗਿਆ ਹੈ? ਇਹ ਅਨੁਛੇਦ ਹੈਗਾ ਆਪਣਾ ਅਨੁਛੇਦ 80 ਤੇ ਭਾਗ 1 ਦੇ ਵਿੱਚ ਇਹਨਾਂ ਬਾਰੇ ਵਰਣਨ ਕੀਤਾ ਗਿਆ। ਫਿਰ ਅਨੁਛੇਦ 80 ਦੇ ਵਿੱਚ ਕੀ ਕੀ ਕਿਹਾ ਗਿਆ? ਅਨੁਛੇਦ 80 ਦਾ ਭਾਗ 1 ਜੋ ਹੈ ਉਹਦਾ ਅੱਗੇ ਖੰਡ 1 ਹੈਗਾ, ਉਹਦੇ ਵਿੱਚ 12 ਮੈਂਬਰ ਜੋ ਹੈ ਇਹਨਾਂ ਬਾਰੇ ਲਿਖਿਆ ਗਿਆ ਹੈ ਕਿ ਰਾਸ਼ਟਰਪਤੀ ਜੋ ਹੈ ਵੱਲੋਂ ਮਨੋਨੀਤ ਹੋਣਗੇ ਜਾਂ ਨਾਮਜ਼ਦ ਹੋਣਗੇ। ਰਾਸ਼ਟਰਪਤੀ ਵੱਲੋਂ ਨਾਮਜ਼ਦ ਹੋਣਗੇ, ਭਾਵ ਕਿ ਰਾਸ਼ਟਰਪਤੀ ਇਹਨਾਂ ਦੀ ਨਾਮਜ਼ਦਗੀ ਕਰੇਗਾ, ਰਾਸ਼ਟਰਪਤੀ ਇਹਨਾਂ ਦੀ ਚੋਣ ਕਰੇਗਾ ਤੇ ਰਾਸ਼ਟਰਪਤੀ ਵੱਲੋਂ ਚੁਣੇ ਜਾਣਗੇ। ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਇਹਨਾਂ ਦੀ ਚੋਣ ਕਰੇਗਾ। ਇਹ ਕਿੱਥੇ ਲਿਖਿਆ ਗਿਆ ਹੈ? ਇਹ ਅਨੁਛੇਦ 80 ਦੇ ਭਾਗ 1 ਦੇ ਏ ਪਾਰਟ ਦੇ ਵਿੱਚ ਲਿਖਿਆ ਗਿਆ ਹੈ, ਕ ਭਾਗ ਦੇ ਵਿੱਚ ਲਿਖਿਆ ਗਿਆ ਹੈ ਕਿ 12 ਮੈਂਬਰ ਜੋ ਹੈ ਰਾਸ਼ਟਰਪਤੀ ਵੱਲੋਂ ਨਾਮਜ਼ਦ ਹੋਣਗੇ। ਅੱਛਾ, 12 ਰਹਿ ਗਏ ਤਾਂ ਆਪਣੇ 238 ਮੈਂਬਰ ਰਹਿ ਗਏ ਪਿੱਛੇ। 238 ਮੈਂਬਰ ਕਿੱਥੋਂ ਆਉਣਗੇ? ਇਹ ਆਪਣੇ ਅਨੁਛੇਦ 80 ਦੇ 1 ਭਾਗ ਦੇ ਬੀ ਪਾਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਆਹ ਮੈਂਬਰ ਜੋ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਦੇ ਪ੍ਰਤੀਨਿਧੀ ਹੋਣਗੇ, ਭਾਵ ਲੋਕ ਸਭਾ ਦੇ ਜੋ ਮੈਂਬਰ ਚੁਣਨਗੇ ਉਹ ਅੱਗੇ ਆਪਣੇ ਪ੍ਰਤੀਨਿਧੀ ਚੁਣ ਕੇ ਅਪ੍ਰਤੱਖ ਤਰੀਕੇ ਦੇ ਨਾਲ ਇਹਨਾਂ ਦੀ ਚੋਣ ਹੁੰਦੀ ਹੈ। ਤਾਂ ਇਹ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਣਗੇ। ਤੇ ਜੋ ਆ 12 ਮੈਂਬਰਾਂ ਦੀ ਗੱਲ ਕੀਤੀ ਗਈ ਹੈ ਕਿ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ, ਨਾਮਜ਼ਦ। ਇਹ ਕਿਹੜੇ ਕਿਹੜੇ ਖੇਤਰਾਂ ਦੇ ਵਿੱਚੋਂ ਹੋਣਗੇ? ਐਵੇਂ ਨਹੀਂ ਕਿ ਕਿਸੇ ਨੂੰ ਵੀ ਕਰ ਦੇਗਾ, ਬਲਕਿ ਇੱਕ ਜਿਨ੍ਹਾਂ ਨੇ ਕਿਸੇ ਖਾਸ ਫੀਲਡ ਦੇ ਵਿੱਚ, ਕਿਸੇ ਖਾਸ ਖੇਤਰ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੋਏਗੀ ਉਹੀ ਵਿਅਕਤੀ ਹੋਣਗੇ। ਤੇ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ ਖੇਤਰਾਂ ਦਾ ਵਰਣਨ ਵੀ ਕੀਤਾ ਗਿਆ ਹੈ ਤੇ ਕਿਹੜੇ ਅਨੁਛੇਦ ਦੇ ਵਿੱਚ ਕੀਤਾ ਗਿਆ ਹੈ? ਇਹਨਾਂ ਖੇਤਰਾਂ ਦਾ ਵਰਣਨ ਕੀਤਾ ਗਿਆ ਆਪਣੇ ਅਨੁਛੇਦ 80 ਦੇ ਭਾਗ 3 ਦੇ ਵਿੱਚ। ਅਨੁਛੇਦ 80 ਦਾ ਭਾਗ ਜੋ 3 ਹੈ ਉਹਦੇ ਵਿੱਚ ਇਹਨਾਂ ਖੇਤਰਾਂ ਦਾ ਵਰਣਨ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਇਹਨਾਂ ਖੇਤਰਾਂ ਦੇ ਵਿੱਚ ਮੁਹਾਰਤ ਵਿਅਕਤੀਆਂ ਵਿੱਚੋਂ 12 ਮੈਂਬਰਾਂ ਨੂੰ ਜੋ ਹੈ ਰਾਜ ਸਭਾ ਦੇ ਵਿੱਚ ਨਾਮਜ਼ਦ ਕਰ ਸਕਦਾ ਹੈ। ਤਾਂ ਇਹ ਕਿਹੜੇ ਕਿਹੜੇ ਖੇਤਰ ਨੇ? ਲਿਖ ਲਓ। ਪਹਿਲਾ ਹੈ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ। ਤੇ ਇਹ ਜੋ ਮੈਂਬਰ ਹੈ ਪਦਮ ਵਿਭੂਸ਼ਣ, ਪਦਮ ਸ਼੍ਰੀ, ਇਹਨਾਂ ਜੋ ਮੈਡਲਾਂ ਨਾਲ ਜੋ ਹੈ ਸਨਮਾਨਿਤ ਹੁੰਦੇ ਨੇ, ਇਹਨਾਂ ਨੂੰ ਅਕਸਰ ਮਿਲ ਚੁੱਕੇ ਹੁੰਦੇ ਆ, ਤਾਂ ਹੀ ਇਹ ਵਿਸ਼ੇਸ਼ਤਾ ਪ੍ਰਾਪਤ ਲੋਕ ਕਹਾਏ ਜਾਂਦੇ ਨੇ। ਇਹਨਾਂ ਖੇਤਰਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਅਵਾਰਡ ਮਿਲ ਚੁੱਕਿਆ ਹੁੰਦਾ। ਤੇ 12 ਮੈਂਬਰ ਜੋ ਹੈ ਇਹਨਾਂ 4 ਫੀਲਡਾਂ ਦਾ ਵਰਣਨ ਕੀਤਾ ਗਿਆ। ਇਹਨਾਂ ਦੇ ਵਿੱਚੋਂ ਜੋ ਹੈ ਰਾਸ਼ਟਰਪਤੀ 12 ਮੈਂਬਰ ਰਾਜ ਸਭਾ ਦੇ ਵਿੱਚ ਨਾਮਜ਼ਦ ਕਰ ਸਕਦਾ ਹੈ। ਅੱਗੇ ਆਪਾਂ ਪੜ੍ਹਦੇ ਹਾਂ ਕਿ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਂਦੇ ਆ, ਕਿੰਨੇ ਮੈਂਬਰ ਆਉਂਦੇ ਆ। ਠੀਕ ਹੈ, ਚਲੋ ਪੜ੍ਹਦੇ ਹਾਂ ਆਪਾਂ ਅੱਗੇ ਦੇ ਮੈਂਬਰਾਂ ਬਾਰੇ ਵਰਣਨ ਕਰਦੇ ਹਾਂ। ਆਪਾਂ ਵੇਖ ਲੈਂਦੇ ਹਾਂ ਵਰਤਮਾਨ ਦੇ ਵਿੱਚ ਰਾਜ ਸਭਾ ਦੇ ਮੈਂਬਰ ਕਿੰਨੇ ਨੇ।
ਰਾਜ ਸਭਾ ਮੈਂਬਰ ਦੀ ਸੰਖਿਆ ਤਾਂ ਵਰਤਮਾਨ ਦੀ ਗੱਲ ਕਰ ਰਹੇ ਹਾਂ ਤਾਂ ਆਪਣੀ ਮੌਜੂਦਾ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੇ? 245 ਮੈਂਬਰ ਨੇ। ਮੈਂਬਰ ਕਿੰਨੇ ਤੇ ਇਹ ਰਾਜ ਸਭਾ ਦੇ ਮੈਂਬਰ ਨੇ, ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਹੋ ਸਕਦੇ ਆ? 250 ਹੋ ਸਕਦੇ ਆ। ਤੇ ਇਹਨਾਂ 245 ਦੇ ਅੱਗੇ ਦੋ ਭਾਗਾਂ ਦੇ ਵਿੱਚ ਆਪਾਂ ਵੰਡ ਸਕਦੇ ਹਾਂ ਇਹਨਾਂ ਨੂੰ, ਕਿਉਂਕਿ ਆਪਣੇ ਭਾਰਤੀ ਸੰਵਿਧਾਨ ਵਿੱਚ ਇਹਨਾਂ 245 ਨੂੰ ਅੱਗੇ ਵੰਡਿਆ ਹੋਇਆ, 250 ਨੂੰ ਵੰਡਿਆ ਹੋਇਆ ਵੈਸੇ, ਪਰ ਇਹਨਾਂ ਦੇ ਵਿੱਚੋਂ ਜੋ ਹੈ 12 ਮੈਂਬਰ ਆਪਾਂ ਕੱਢ ਦਿਆਂਗੇ ਬਾਹਰ, ਕਿਉਂਕਿ ਇਹ ਜੋ ਹੈ ਰਾਸ਼ਟਰਪਤੀ ਵੱਲੋਂ ਮਨੋਨੀਤ ਹੁੰਦੇ ਨੇ। ਤੇ ਬਾਕੀ ਕਿੰਨੇ ਰਹਿ ਗਏ? ਇਹ 233 ਮੈਂਬਰ ਨੇ। ਇਹ ਜਿਹੜੇ 233 ਮੈਂਬਰ ਨੇ ਇਹ ਆਪਣੇ ਆਉਂਦੇ ਆ 28 ਰਾਜਾਂ ਵਿੱਚੋਂ, ਅਤੇ ਆਪਣੇ ਜਿਹੜੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 2 ਕੇਂਦਰ ਸ਼ਾਸਿਤ ਅਜਿਹੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਆਪਣੇ ਰਾਜ ਸਭਾ ਦੇ ਮੈਂਬਰ ਆਉਂਦੇ ਨੇ। ਤਾਂ 2 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਪਣੇ, ਬਾਕੀਆਂ ਦੇ ਵਿੱਚੋਂ ਰਾਜ ਸਭਾ ਦੀ ਸੀਟ ਨਹੀਂ ਨਿਕਲਦੀ। ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਇਹਨਾਂ ਦੇ ਵਿੱਚੋਂ ਚੁਣ ਕੇ ਆਉਂਦੇ ਨੇ। ਆਹ 2 ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਨੇ? ਆਪਣਾ ਇੱਕ ਹੈ ਦਿੱਲੀ, ਪਲੱਸ ਦੂਜਾ ਹੈ ਪਾਂਡੀਚੇਰੀ। ਦਿੱਲੀ ਅਤੇ ਪਾਂਡੀਚੇਰੀ ਜਿਹੜੇ ਆਪਣੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਨੇ 8 ਦੇ ਵਿੱਚੋਂ, ਉਹਨਾਂ ਦੇ ਵਿੱਚੋਂ ਮੈਂਬਰ ਚੁਣ ਕੇ ਆਉਂਦੇ ਨੇ, ਤੇ 28 ਰਾਜਾਂ ਦੇ ਵਿੱਚੋਂ ਆਉਂਦੇ ਨੇ। ਆਪਣੇ ਤੁਹਾਨੂੰ ਦੱਸ ਦਿਆਂ ਕਿ ਆਪਣੇ ਪਹਿਲਾਂ ਜੋ ਹੈ 29 ਰਾਜ ਸੀਗੇ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ। ਪਰ ਜਦੋਂ 2019 ਦੇ ਵਿੱਚ ਧਾਰਾ 370 ਜੰਮੂ ਕਸ਼ਮੀਰ ਦੇ ਵਿੱਚੋਂ ਹਟਾਈ ਗਈ, ਤਾਂ ਜੰਮੂ ਕਸ਼ਮੀਰ ਨੂੰ ਇੱਕ ਰਾਜ ਦੇ ਦਰਜੇ ਤੋਂ ਹਟਾ ਕੇ ਉਸ ਨੂੰ 2 ਕੇਂਦਰ ਸ਼ਾਸਿਤ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ। ਤੇ ਜੋ ਆਪਣਾ ਦਾਦਰਾ ਤੇ ਨਾਗਰ ਹਵੇਲੀ ਜੋ ਸੀਗਾ, ਦਮਨ-ਦੀਵ, ਉਹਨਾਂ ਨੂੰ ਇੱਕ ਕਰਕੇ ਦਾਦਰਾ ਤੇ ਨਾਗਰ ਹਵੇਲੀ ਵਾਲਾ ਜੋ ਏਰੀਆ ਸੀਗਾ ਉਹ 2 ਯੂਟੀਜ਼ ਨੂੰ ਇੱਕ ਕਰਕੇ ਇੱਕੋ ਯੂਟੀ ਬਣਾ ਦਿੱਤੀ ਗਈ ਸੀ, ਜਿਹਦੇ ਕਰਕੇ ਆਪਣੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ ਸੀਗੇ। ਤਾਂ ਜਿਹੜੇ ਆਪਣੇ ਜੋ ਰਾਜ ਸਭਾ ਦੇ ਮੈਂਬਰਾਂ ਦੀ ਗੱਲ ਹੈ ਤਾਂ ਆਪਣੇ 28 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਆਉਂਦੇ ਆ। 28 ਰਾਜ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਹੈਗੇ ਦਿੱਲੀ, ਪੌਂਡੀਚੇਰੀ। ਤੇ ਹੁਣ ਸ਼ਾਇਦ ਇਹ ਅਪਡੇਟ ਹੋ ਚੁੱਕਿਆ ਹੋਵੇਗਾ, ਮੈਂ ਤੁਹਾਨੂੰ ਅਪਡੇਟ ਕਰਕੇ ਦੱਸਾਂਗਾ, ਕਿਉਂਕਿ ਇੱਥੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੋਣੇ ਚਾਹੀਦੇ, ਕਿਉਂਕਿ ਜੰਮੂ ਐਂਡ ਕਸ਼ਮੀਰ ਦੇ ਵੀ ਜੋ ਮੈਂਬਰ ਆ ਰਹੇ ਸੀਗੇ ਰਾਜ ਸਭਾ ਦੇ ਵਿੱਚ ਉਹ ਪਹਿਲਾਂ ਰਾਜ ਦੇ ਵਿੱਚ ਆ ਰਹੇ ਸੀ, ਪਰ ਆਪਾਂ ਇੱਥੇ 29 ਤੋਂ 28 ਰਾਜ ਤਾਂ ਕਰ ਲਏ, ਪਰ ਇਹ ਕਿਤੇ ਨਾ ਕਿਤੇ ਜਾ ਕੇ ਆਪਣੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇੱਥੇ ਮੇਰੇ ਹਿਸਾਬ ਨਾਲ 4 ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਜਾਣੇ ਚਾਹੀਦੇ ਨੇ। ਇਹ ਮੈਂ ਤੁਹਾਨੂੰ ਚੈੱਕ ਕਰਕੇ ਦੱਸਾਂਗਾ ਪੂਰੀ ਡਿਟੇਲ ਦੇ ਵਿੱਚ ਕਿ ਇੱਥੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਆ ਰਹੇ ਆ ਜਾਂ 4 ਦੇ ਵਿੱਚੋਂ ਆ ਰਹੇ, ਕਿਉਂਕਿ ਆਪਣਾ ਜੰਮੂ ਐਂਡ ਕਸ਼ਮੀਰ ਆਪਾਂ ਪਹਿਲਾਂ ਰਾਜ ਕਾਊਂਟ ਕਰਦੇ ਹੁੰਦੇ ਸੀਗੇ, ਇੱਥੇ 29 ਰਾਜ ਸੀਗੇ, ਪਰ ਆਪਾਂ ਅੱਜ ਇੱਥੇ ਅਪਡੇਟ ਕਰ ਲਿਆ 28 ਰਾਜਾਂ ਨੂੰ। ਪਰ ਇੱਕ ਜਿਹੜਾ ਰਾਜ ਖਤਮ ਹੋ ਕੇ ਯੂਟੀ ਬਣਿਆ, ਇਹ ਕਿਤੇ ਨਾ ਕਿਤੇ ਆਪਣੀ ਰਾਜ ਸਭਾ ਦੀ ਸ਼ਾਇਦ ਸੀਟ ਦਿੰਦਾ ਹੋਏਗਾ। ਤਾਂ ਰਾਜ ਸਭਾ ਦੀ ਜੇ ਸੀਟ ਦੇ ਰਿਹਾ ਤਾਂ ਇੱਥੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਚੇਂਜ ਹੋਏਗੀ। ਇੱਥੇ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਆਪਾਂ 2 ਲਿਖੇ ਆ, ਦਿੱਲੀ ਤੇ ਪਾਂਡੀਚੇਰੀ, ਇੱਥੇ ਜੰਮੂ ਕਸ਼ਮੀਰ ਅਤੇ ਲੱਦਾਖ ਦਾ ਕੁਛ ਨਾ ਕੁਛ ਅੰਦਰ ਆਏਗਾ। ਇਹ ਤੁਹਾਨੂੰ ਅਪਡੇਟ ਕਰਕੇ ਦੱਸ ਦਿਆਂਗਾ ਅਗਲੀ ਵੀਡੀਓ ਦੇ ਵਿੱਚ। ਚਲੋ ਸ਼ੁਰੂ ਕਰਦੇ ਹਾਂ ਆਪਾਂ 12 ਮੈਂਬਰਾਂ ਦੇ ਬਾਰੇ। 12 ਮੈਂਬਰ ਜਿਹੜੇ ਹੈਗੇ ਆ ਇਹ ਕਿੱਥੋਂ ਆਉਣਗੇ? ਇਹ ਰਾਸ਼ਟਰਪਤੀ ਮਨੋਨੀਤ ਕਰੇਗਾ। ਨਾਮਜ਼ਦ ਹੋਣਗੇ ਰਾਸ਼ਟਰਪਤੀ ਵੱਲੋਂ। ਕਿਹੜੇ ਕਿਹੜੇ ਫੀਲਡ ਦੇ ਵਿੱਚੋਂ ਆਉਣਗੇ ਇਹ? ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ। ਇਹਨਾਂ 4 ਫੀਲਡਾਂ ਦਾ ਵਰਣਨ ਹੈਗਾ ਆਪਣੇ ਭਾਰਤੀ ਸੰਵਿਧਾਨ ਦੇ ਅਨੁਛੇਦ 80 ਦਾ ਭਾਗ ਜੋ 3 ਹੈ, ਇਹਦੇ ਵਿੱਚ ਇਹਨਾਂ ਖੇਤਰਾਂ ਦਾ ਵਰਣਨ ਕੀਤਾ ਗਿਆ। ਤੇ ਰਾਸ਼ਟਰਪਤੀ 12 ਮੈਂਬਰ ਮਨੋਨੀਤ ਕਰੇਗਾ। ਇਹ ਕਿਹੜੇ ਅਨੁਛੇਦ ਦੇ ਵਿੱਚ ਹੈ? ਅਨੁਛੇਦ 80 ਦੇ ਭਾਗ 1 ਦੇ ਭਾਗ ਏ ਵਿੱਚ।
ਠੀਕ ਹੈ, ਇਹ ਅਨੁਛੇਦ ਯਾਦ ਰੱਖਣੀ ਹੈ। ਤੇ ਆ ਮੈਂਬਰ ਕਿਹੜੇ ਅਨੁਛੇਦ ਦੇ ਅਕੋਰਡਿੰਗ ਇੱਥੇ ਚੁਣੇ ਗਏ ਹੈ? ਇਹ ਅਨੁਛੇਦ 80 ਦੇ ਭਾਗ 1 ਦੇ ਭਾਗ B ਦੇ ਅਕੋਰਡਿੰਗ ਇੱਥੇ ਚੁਣੇ ਜਾਂਦੇ ਆ। ਤਾਂ ਇਹ ਸੀਗੇ ਇਹਦੇ ਮੈਂਬਰਾਂ ਦੀ ਵਰਗ ਵੰਡ। ਆਪਾਂ ਦੋ ਭਾਗਾਂ ਦੇ ਵਿੱਚ ਵੰਡਤੇ ਕਿ 233 ਮੈਂਬਰ ਜਿਹੜੇ ਹੈਗੇ ਆ ਇਹ ਜੋ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਂਦੇ ਨੇ, ਤੇ 12 ਮੈਂਬਰ ਰਾਸ਼ਟਰਪਤੀ ਵੱਲੋਂ ਮਨੋਨੀਤ ਕੀਤੇ ਜਾਂਦੇ ਨੇ। ਸਾਹਿਤ ਤੇ ਕਲਾ, ਵਿਗਿਆਨ ਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚੋਂ ਮੁਹਾਰਤ ਹਾਸਲ ਵਿਅਕਤੀਆਂ ਨੂੰ ਚੁਣੇ ਜਾਂਦੇ ਆ। ਅੱਗੇ ਆਪਾਂ ਪੜ੍ਹਦੇ ਹਾਂ ਇਹਨਾਂ ਦੇ ਕਾਰਜਕਾਲ ਬਾਰੇ ਕਿ ਇਹਨੇ ਕਿੰਨੇ ਸਾਲਾਂ ਦੇ ਲਈ ਇਹ ਚੁਣੇ ਜਾਂਦੇ ਆ, ਕਿਸ ਤਰੀਕੇ ਨਾਲ ਚੁਣੇ ਜਾਂਦੇ ਆ। ਤਾਂ ਆਪਾਂ ਅੱਗੇ ਪੜ੍ਹਦੇ ਹਾਂ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ। ਰਾਜ ਸਭਾ ਅਨੁਛੇਦ ਆਪਣੇ 80 ਦੇ ਵਿੱਚ ਲਿਖਿਆ ਗਿਆ ਇਹਨੂੰ ਕਿ ਰਾਜ ਸਭਾ ਦਾ ਗਠਨ ਹੋਏਗਾ। ਫਿਰ ਆਪਣਾ ਕਾਰਜਕਾਲ ਜੋ ਹੈ ਇਹਦੇ ਬਾਰੇ ਜਾਣ ਲੈਂਦੇ ਹਾਂ। ਕਾਰਜਕਾਲ ਜੋ ਇਹਦਾ 6 ਸਾਲਾਂ ਦਾ ਹੁੰਦਾ। ਕਾਰਜਕਾਲ ਕਿੰਨੇ ਸਾਲਾਂ ਦਾ ਹੁੰਦਾ? ਇਹਦਾ 6 ਸਾਲਾਂ ਦਾ ਹੁੰਦਾ। ਤੇ ਇਹ ਜੋ ਹੈ ਇੱਕ ਸਥਾਈ ਸਦਨ ਹੈ। ਸਥਾਈ ਸਦਨ ਕਿਉਂ ਹੈ? ਕਿਉਂਕਿ ਇਹ ਕਦੇ ਭੰਗ ਨਹੀਂ ਹੁੰਦਾ। ਰਾਸ਼ਟਰਪਤੀ ਭੰਗ ਨਹੀਂ ਕਰ ਸਕਦਾ। ਜਿਵੇਂ ਆਪਣੀ ਲੋਕ ਸਭਾ ਨੂੰ ਰਾਸ਼ਟਰਪਤੀ ਭੰਗ ਕਰ ਦਿੰਦਾ, ਉਸੇ ਤਰੀਕੇ ਨਾਲ ਰਾਸ਼ਟਰਪਤੀ ਜੋ ਹੈ ਰਾਜ ਸਭਾ ਨੂੰ ਭੰਗ ਨਹੀਂ ਕਰ ਸਕਦਾ। ਲੋਕ ਸਭਾ ਨੂੰ ਭੰਗ ਕਰਨ ਦੇ ਲਈ ਕੈਬਨਿਟ ਤੇ ਪ੍ਰਧਾਨ ਮੰਤਰੀ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ ਰਾਸ਼ਟਰਪਤੀ ਲਈ। ਪਰ ਰਾਸ਼ਟਰਪਤੀ ਜੋ ਹੈ ਕਿਸੇ ਦੀ ਸਲਾਹ ਤੇ ਜਾਂ ਆਪਣੀ ਮਰਜ਼ੀ ਨਾਲ ਰਾਜ ਸਭਾ ਨੂੰ ਜੋ ਹੈ ਭੰਗ ਨਹੀਂ ਕਰ ਸਕਦਾ। ਤੇ ਇਹਦੇ ਜੋ ਹਰ 2 ਸਾਲ ਬਾਅਦ ਜੋ ਮੈਂਬਰ ਹੈ ਇੱਕ ਤਿਹਾਈ ਮੈਂਬਰ ਇਹਦੇ, ਜਾਂ 1/3 ਆਪਾਂ ਲਿਖ ਸਕਦੇ ਹਾਂ ਇਹਨੂੰ, ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ ਜਾਂ ਸੇਵਾ ਨਿਵਰਤ ਹੋ ਜਾਂਦੇ ਨੇ। ਸੇਵਾ ਨਿਵਰਤ ਦਾ ਭਾਵ ਰਿਟਾਇਰ ਹੋ ਜਾਂਦੇ ਨੇ, ਉਹ ਆਪਣਾ ਪਦ ਜੋ ਹੈ ਛੱਡ ਦਿੰਦੇ ਨੇ ਤੇ ਉਹਨਾਂ ਦੀ ਜਗ੍ਹਾ ਨਵੇਂ ਮੈਂਬਰ ਜੋ ਹੈ ਚੁਣ ਲਏ ਜਾਂਦੇ ਨੇ। ਪਦ ਛੱਡ ਦਿੰਦੇ ਨੇ। 6 ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਕਿਉਂਕਿ ਉਹਨਾਂ ਦਾ 6 ਸਾਲ ਦਾ ਕਾਰਜਕਾਲ ਜੋ ਹੈ ਪੂਰਾ ਹੋ ਜਾਂਦਾ। ਹਰ 2 ਸਾਲ ਬਾਅਦ ਨਵੇਂ ਮੈਂਬਰ ਚੁਣੇ ਜਾਂਦੇ ਆ ਤੇ ਨਵੇਂ ਮੈਂਬਰ ਜੋ ਹੈ ਲਏ ਜਾਂਦੇ ਹਨ। ਨਵੇਂ ਮੈਂਬਰ ਚੁਣ ਲਏ ਜਾਂਦੇ ਨੇ। ਤਾਂ ਇਸ ਦੇ ਨਾਲ ਜਿਹੜਾ ਆਪਣਾ ਇੱਕ ਪੁਆਇੰਟ ਛੁੱਟ ਰਿਹਾ ਜੋ ਉਹਨੂੰ ਆਪਾਂ ਕਰ ਲੈਂਦੇ ਹਾਂ ਕਿ ਮੈਂਬਰ ਜੋ ਨੇ ਰਾਜ ਸਭਾ ਦੇ, ਭਾਵੇਂ ਉਹ ਰਾਜ ਸਭਾ ਦੇ ਨੇ ਭਾਵੇਂ ਉਹ ਲੋਕ ਸਭਾ ਦੇ, ਉਹਨਾਂ ਨੂੰ MP ਕਿਹਾ ਜਾਂਦਾ। MP ਭਾਵ ਮੈਂਬਰ ਆਫ ਪਾਰਲੀਮੈਂਟ। ਮੈਂਬਰ ਆਫ ਪਾਰਲੀਮੈਂਟ ਭਾਵ ਸੰਸਦ ਦੇ ਮੈਂਬਰ। ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਰਾਜ ਸਭਾ ਤੇ ਲੋਕ ਸਭਾ ਜੋ ਹੈ ਸੰਸਦ ਦਾ ਹੀ ਪਾਰਟ ਨੇ, ਦੋਵੇਂ ਸੰਸਦ ਦਾ ਹੀ ਹਿੱਸਾ ਨੇ। ਇਸ ਲਈ ਇਹਨਾਂ ਦੋਨਾਂ ਦੇ ਮੈਂਬਰ ਜੋ ਨੇ ਉਹਨਾਂ ਨੂੰ MP ਕਿਹਾ ਜਾਂਦਾ, ਮੈਂਬਰ ਆਫ ਪਾਰਲੀਮੈਂਟ ਕਿਹਾ ਜਾਂਦਾ, ਕਿਉਂਕਿ ਦੋਨੇ ਸੰਸਦ ਦੇ ਹੀ ਭਾਗ ਨੇ ਇਹ, ਰਾਜ ਸਭਾ ਤੇ ਲੋਕ ਸਭਾ। ਇਸ ਲਈ ਦੋਨਾਂ ਸਦਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਦੋਨਾਂ ਸਦਨਾਂ ਦੇ ਮੈਂਬਰਾਂ ਨੂੰ MP ਕਿਹਾ ਜਾਂਦਾ, ਮੈਂਬਰ ਆਫ ਪਾਰਲੀਮੈਂਟ, ਸੰਸਦ ਦੇ ਸਦੱਸ ਕਿਹਾ ਜਾਂਦਾ ਇਹਨਾਂ ਨੂੰ। ਤੇ ਕਾਰਜਕਾਲ ਬਾਰੇ ਆਪਾਂ ਪੜ੍ਹ ਲਿਆ।
ਅੱਗੇ ਆਪਾਂ ਇਹਨਾਂ ਦੀ ਚੋਣ ਪ੍ਰਕਿਰਿਆ ਬਾਰੇ ਪੜ੍ਹਦੇ ਹਾਂ ਕਿ ਚੋਣ ਪ੍ਰਕਿਰਿਆ ਕਿਹੜੀ ਹੈ ਇਹਦੀ। ਤਾਂ ਆਪਾਂ ਰਾਜ ਸਭਾ ਦੇ ਮੈਂਬਰਾਂ ਦੇ ਚੋਣ ਪ੍ਰਣਾਲੀ ਪੜ੍ਹਦੇ ਹਾਂ। ਚੋਣ ਪ੍ਰਣਾਲੀ ਕਿਸ ਤਰ੍ਹਾਂ ਦੀ ਹੁੰਦੀ ਹੈ? ਤਾਂ ਇਹ ਹੁੰਦੀ ਹੈ ਇਕਹਿਰੀ, ਜਾਂ एकल ਕਹਿ ਦਿੰਦੇ ਆ ਇਹਨੂੰ, एकल ਸੰਕਰਮਣ ਚੋਣ ਪ੍ਰਣਾਲੀ। ਇਹ ਅਪ੍ਰਤੱਖ ਤੌਰ ਤੇ ਚੁਣੇ ਜਾਂਦੇ ਨੇ, ਜਾਂ ਇਸ ਨੂੰ ਕਿਹਾ ਜਾਂਦਾ ਹੈ ਸਿੰਗਲ ਟਰਾਂਸਫਰੇਬਲ ਵੋਟ। ਤਾਂ ਇਸ ਪद्धਤੀ ਦੇ ਅਕੋਰਡਿੰਗ ਇਹਨਾਂ ਨੂੰ ਚੁਣਿਆ ਜਾਂਦਾ। ਇਕਹਿਰੀ ਸੰਕਰਮਣ ਚੋਣ ਪ੍ਰਣਾਲੀ, ਇਹਦੇ ਰਾਹੀਂ ਇਸ ਨੂੰ ਚੁਣਿਆ ਜਾਂਦਾ ਹੈ। ਤਾਂ ਜਿਹੜਾ ਅੱਗੇ ਆਪਾਂ ਇਹਦਾ ਪੜ੍ਹਦੇ ਹਾਂ ਕਿ ਇਹਦਾ ਅਧਿਵੇਸ਼ਨ ਜੋ ਹੈ ਰਾਜ ਸਭਾ ਦਾ, ਰਾਸ਼ਟਰਪਤੀ ਬੁਲਾ ਸਕਦਾ ਹੈ। ਕੌਣ ਬੁਲਾ ਸਕਦਾ ਹੈ? ਰਾਜ ਸਭਾ ਅਧਿਵੇਸ਼ਨ ਬਾਰੇ ਪੜ੍ਹਦੇ ਹਾਂ। ਰਾਜ ਸਭਾ ਅਧਿਵੇਸ਼ਨ ਦਾ ਭਾਵ ਮੀਟਿੰਗ, ਜੋ ਮੀਟਿੰਗ ਹੈ ਉਹ ਰਾਸ਼ਟਰਪਤੀ ਬੁਲਾ ਸਕਦਾ ਹੈ। ਰਾਸ਼ਟਰਪਤੀ ਜੋ ਹੈ ਜਦੋਂ ਚਾਹੇ ਉਹ ਆਪ ਇਹਨਾਂ ਦਾ ਸੰਯੁਕਤ ਅਧਿਵੇਸ਼ਨ ਵੀ ਬੁਲਾ ਸਕਦਾ ਹੈ, ਰਾਜ ਸਭਾ ਤੇ ਲੋਕ ਸਭਾ ਦਾ। ਪਰ ਰਾਜ ਸਭਾ ਦੇ ਅਧਿਵੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਰਾਸ਼ਟਰਪਤੀ ਬੁਲਾ ਸਕਦਾ ਹੈ, ਤੇ ਸਾਲ ਦੇ ਵਿੱਚ 2 ਵਾਰ ਬੁਲਾ ਸਕਦਾ ਹੈ। ਤੇ ਪਹਿਲੀ ਮੀਟਿੰਗ ਜੋ ਹੁੰਦੀ ਹੈ ਇਹਦੀ, ਅਤੇ ਦੂਜੀ ਜੋ ਮੀਟਿੰਗ ਹੁੰਦੀ ਹੈ, ਇਹਨਾਂ ਦੋਨਾਂ ਦਾ ਜੋ ਗੈਪ ਹੈ 6 ਮਹੀਨਿਆਂ ਦੇ ਜ਼ਿਆਦਾ ਨਹੀਂ ਹੋਣਾ ਚਾਹੀਦਾ। 6 ਮਹੀਨੇ ਤੋਂ ਜ਼ਿਆਦਾ ਨਾ ਹੋਣਾ। ਜੋ ਇਹਨਾਂ ਦਾ ਅੰਤਰਾਲ ਹੈ, ਜੋ ਗੈਪ ਹੈ ਦੋਨੇ ਮੀਟਿੰਗਾਂ ਦਾ, ਉਹ 6 ਮਹੀਨੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਪਹਿਲੀ ਮੀਟਿੰਗ ਜੇ ਹੋ ਚੁੱਕੀ ਹੈ ਤਾਂ ਸਾਲ ਦੀ ਜੋ ਆਖਰੀ ਮੀਟਿੰਗ, ਜੇ ਭਾਵ ਦੂਜੀ ਮੀਟਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹ ਆਖਰੀ ਮੀਟਿੰਗ ਹੁੰਦੀ ਹੈ ਸਾਲ ਦੀ। ਇਹਨਾਂ ਦੋਨਾਂ ਦੇ ਵਿਚਕਾਰ ਜੋ ਮੀਟਿੰਗਾਂ ਦੇ ਗੈਪ ਹੈ ਉਹ 6 ਮਹੀਨੇ ਦਾ ਹੋਣਾ ਚਾਹੀਦਾ ਹੈ, ਕਿ ਪਹਿਲੀ ਮੀਟਿੰਗ ਜਦੋਂ ਹੋ ਗਈ ਉਹਦੇ 6 ਮਹੀਨੇ ਬਾਅਦ ਦੂਜੀ ਮੀਟਿੰਗ ਹੋ ਜਾਣੀ ਚਾਹੀਦੀ ਹੈ। 7ਵਾਂ ਮਹੀਨਾ ਜਾਂ 8ਵੇਂ ਮਹੀਨੇ ਮੀਟਿੰਗ ਨਹੀਂ ਹੋਣੀ ਚਾਹੀਦੀ। ਜ਼ਿਆਦਾ ਤੋਂ ਜ਼ਿਆਦਾ ਗੈਪ ਜੋ ਹੈ ਉਹ 6 ਮਹੀਨਿਆਂ ਦਾ ਹੋ ਸਕਦਾ ਇਹਨਾਂ ਦੋਨਾਂ ਮੀਟਿੰਗਾਂ ਦੇ ਵਿੱਚ। ਹੁਣ ਆਪਾਂ ਪੜ੍ਹਦੇ ਹਾਂ ਰਾਜ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ। ਬਣਨ ਲਈ ਯੋਗਤਾਵਾਂ ਕੀ ਕੁਆਲੀਫਿਕੇਸ਼ਨ ਕੀ ਹੈਗੀ ਹੈ ਰਾਜ ਸਭਾ ਦੇ ਮੈਂਬਰ ਬਣਨ ਦੇ ਲਈ? ਤਾਂ ਪਹਿਲਾ ਹੈਗਾ ਆਪਣਾ ਕਿ ਉਹ ਭਾਰਤ ਦਾ ਨਾਗਰਿਕ ਹੋਵੇ। ਭਾਰਤ ਦਾ ਨਾਗਰਿਕ ਹੋਵੇ। ਦੂਜੀ ਯੋਗਤਾ ਇਹਦੀ ਹੈਗੀ ਹੈ ਕਿ ਉਹਦੀ ਉਮਰ ਜੋ ਹੈ ਉਹ 30 ਸਾਲ ਤੋਂ ਘੱਟ ਨਾ ਹੋਵੇ। ਭਾਵ ਜਿਹਦੀ ਉਹਦੀ ਉਮਰ ਜੋ ਹੈ ਉਹ 30 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਤੀਜੀ ਇਹਦੀ ਯੋਗਤਾ ਹੈਗੀ ਹੈ ਕਿ ਉਹ ਭਾਰਤ ਸਰਕਾਰ ਅਤੇ ਨਹੀਂ ਲਿਖਾਂਗੇ ਆਪਾਂ, ਜਾਂ ਲਿਖਾਂਗੇ ਰਾਜ ਸਰਕਾਰ ਅਧੀਨ ਕਿਸੇ ਲਾਭ ਦੇ ਪਦ ਤੇ ਨਾ ਹੋਵੇ। ਲਾਭ ਦੇ ਪਦ ਦਾ ਭਾਵ ਹੈ ਕਿ ਉਹ ਕੋਈ ਸਰਕਾਰੀ ਕਰਮਚਾਰੀ ਨਹੀਂ ਹੋਣਾ ਚਾਹੀਦਾ। ਜੇਕਰ ਹੈ ਤਾਂ ਰਾਜ ਸਭਾ ਦਾ ਮੈਂਬਰ ਬਣਨ ਲਈ ਉਸ ਨੂੰ ਇਹ ਪਦ ਜੋ ਹੈ ਛੱਡਣਾ ਪਏਗਾ। ਕੋਈ ਸਰਕਾਰੀ ਤਨਖਾਹ ਨਾ ਆਉਂਦੀ ਹੋਵੇ, ਉਸ ਨੂੰ ਆਰਥਿਕ ਲਾਭ ਨਾ ਹੁੰਦਾ ਹੋਵੇ ਸਰਕਾਰ ਵੱਲੋਂ ਉਸ ਨੂੰ। ਜੇਕਰ ਉਹ ਸਰਕਾਰ ਦੇ ਕਿਸੇ ਵੀ ਸਰਕਾਰੀ ਪਦ 'ਤੇ ਹੈ, ਭਾਰਤ ਸਰਕਾਰ ਦੇ ਅੰਡਰ, ਜਿਹਨੂੰ ਆਪਾਂ ਸੈਂਟਰ ਗੌਰਮੈਂਟ ਦੀ ਜੋਬ ਕਹਿ ਦਿੰਦੇ ਹਾਂ, ਤਾਂ ਉਹ ਨਹੀਂ ਹੋਣੀ ਚਾਹੀਦੀ।
ਜਾਂ ਸਟੇਟ ਗੌਰਮੈਂਟ ਦੀ ਜੋਬ ਕਹਿ ਦਿੰਦੇ ਆ, ਉਹ ਨਹੀਂ ਹੋਣੀ ਚਾਹੀਦੀ। ਭਾਵ ਸਰਕਾਰ ਵੱਲੋਂ ਕੋਈ ਆਰਥਿਕ ਲਾਭ ਨਹੀਂ ਹੋਣਾ ਚਾਹੀਦਾ, ਕਿਉਂਕਿ ਰਾਜ ਸਭਾ ਦੇ ਮੈਂਬਰਾਂ ਨੂੰ ਵੀ ਤਨਖਾਹਾਂ ਮਿਲਦੀਆਂ, ਉਹ ਡਬਲ ਤਨਖਾਹ ਨਹੀਂ ਲੈ ਸਕਦਾ, ਇਸ ਲਈ ਉਸਨੂੰ ਉਹ ਛੱਡਣਾ ਪੈਂਦਾ, ਫਿਰ ਉਹ ਰਾਜ ਸਭਾ ਦਾ ਮੈਂਬਰ ਜੋ ਹੈ ਬਣ ਸਕਦਾ। ਚੌਥੀ ਯੋਗਤਾ ਹੈ ਕਿ ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ, ਕਿ ਉਹ ਪਾਗਲ ਨਹੀਂ ਹੋਣਾ ਚਾਹੀਦਾ, ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਚਾਹੀਦਾ, ਦਿਮਾਗ ਉਹਦਾ ਸਹੀ ਟਿਕਾਣੇ ਤੇ ਹੋਣਾ ਚਾਹੀਦਾ, ਜਾਂ ਦਿਵਾਲੀਆ ਨਾ ਹੋਵੇ। ਦਿਵਾਲੀਆ ਨਾ ਹੋਵੇ ਭਾਵ ਇਸ ਦਾ ਕੁਝ ਖਾ ਕੇ ਨਾ ਭੱਜਿਆ ਹੋਵੇ। ਤਾਂ ਇਹ ਸੀਗੀਆਂ ਇਹਦੀਆਂ ਯੋਗਤਾਵਾਂ ਰਾਜ ਸਭਾ ਦੇ ਮੈਂਬਰ ਬਣਨ ਦੀਆਂ। ਇਸ ਤੋਂ ਬਾਅਦ ਆਪਾਂ ਅੱਗੇ ਪੜ੍ਹਦੇ ਹਾਂ ਇਹਦੇ ਸਭਾਪਤੀ ਬਾਰੇ, ਰਾਜ ਸਭਾ ਦੇ ਸਭਾਪਤੀ ਅਤੇ ਉਪ ਸਭਾਪਤੀ ਬਾਰੇ। ਦਾ ਸਭਾਪਤੀ ਬਾਰੇ, ਰਾਜ ਸਭਾ ਦਾ ਜੋ ਸਭਾਪਤੀ ਹੈ ਇਹਦਾ ਵਰਣਨ ਕਿੱਥੇ ਕੀਤਾ ਗਿਆ? ਇਹ ਸੰਸਦ ਦੇ ਆਪਣਾ ਭਾਰਤੀ ਸੰਵਿਧਾਨ ਹੈ, ਅਨੁਛੇਦ 89 ਦੇ ਵਿੱਚ ਆਪਣੇ ਸਭਾਪਤੀ ਦਾ ਵਰਣਨ ਕੀਤਾ ਗਿਆ ਹੈ। 89 ਦਾ ਪਾਰਟ 1 ਹੈਗਾ, ਇਹਦੇ ਵਿੱਚ ਜੋ ਹੈ ਸਭਾਪਤੀ ਬਾਰੇ ਕਿਹਾ ਗਿਆ। ਕੀ ਕਿਹਾ ਗਿਆ ਇਹਦੇ 'ਚ? ਕਿ ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ ਦਾ ਪ੍ਰਧਾਨ ਸਭਾਪਤੀ ਹੋਏਗਾ। ਭਾਰਤ ਦਾ ਜੋ ਉਪ ਰਾਸ਼ਟਰਪਤੀ ਹੈ ਉਹ ਰਾਜ ਸਭਾ ਦਾ ਸਭਾਪਤੀ ਹੋਏਗਾ। ਭਾਰਤ ਦਾ ਜੋ ਉਪ ਰਾਸ਼ਟਰਪਤੀ ਹੈ ਉਹੀ ਰਾਜ ਸਭਾ ਦਾ ਸਭਾਪਤੀ ਹੋਏਗਾ। ਇਹ ਕਿੱਥੇ ਲਿਖਿਆ ਗਿਆ? ਇਹ ਭਾਰਤੀ ਸੰਵਿਧਾਨ ਦੇ ਅਨੁਛੇਦ 89 ਦੇ ਪਾਰਟ 1 ਦੇ ਵਿੱਚ ਲਿਖਿਆ ਗਿਆ। ਤਾਂ ਯਾਦ ਰੱਖਣਾ ਹੈ ਕਿ ਰਾਜ ਸਭਾ ਦੇ ਸਭਾਪਤੀ ਦੀ ਵਿਵਸਥਾ ਭਾਰਤੀ ਸੰਵਿਧਾਨ ਦੇ ਵਿੱਚ ਕਿੱਥੇ ਕੀਤੀ ਗਈ ਹੈ? ਤਾਂ ਅਨੁਛੇਦ 89 ਦੇ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੈ। ਤੇ ਆਪਣੇ ਜੋ ਮੌਜੂਦਾ ਟਾਈਮ ਦੇ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਨੇ ਕੌਣ ਨੇ? ਵਰਤਮਾਨ ਉਪ ਰਾਸ਼ਟਰਪਤੀ तो वर्तमान उपराष्ट्रपति ने अपने वेंकैया नायडू जी, वेंकैया नायडू। ਤੇ ਕਦੋਂ ਤੋਂ ਚੁਣੇ ਗਏ ਸੀ ਇਹਨਾਂ ਨੂੰ 17 ਜੁਲਾਈ 2017 ਦੇ ਵਿੱਚ ਚੁਣ ਕੇ ਰਾਸ਼ਟਰਪਤੀ ਬਣਾਇਆ ਗਿਆ ਸੀ। ਤੇ ਉਦੋਂ ਤੋਂ ਹੀ ਇਹ ਰਾਜ ਸਭਾ ਦੇ ਜੋ ਨੇ ਸਭਾਪਤੀ ਨੇ, ਜੋ ਸਥਾਈ ਸਦਨ ਹੈ ਆਪਣਾ, ਉਹਦੇ ਉਹ ਜੋ ਹੈ ਸਭਾਪਤੀ ਨੇ ਤੇ ਭਾਰਤ ਦੇ ਉਪ ਰਾਸ਼ਟਰਪਤੀ ਨੇ। ਤੇ ਯਾਦ ਰੱਖਣਾ ਹੈ ਕਿ ਵੈਂਕਈਆ ਨਾਇਡੂ ਕੌਣ ਨੇ? ਭਾਰਤ ਦੇ ਉਪ ਰਾਸ਼ਟਰਪਤੀ ਨੇ ਤੇ ਰਾਜ ਸਭਾ ਦੇ ਸਭਾਪਤੀ ਨੇ। ਤੇ ਕਦੋਂ ਚੁਣਿਆ ਗਿਆ ਇਹਨਾਂ ਨੂੰ? 17 ਜੁਲਾਈ 2017 ਦੇ ਵਿੱਚ ਇਹਨਾਂ ਨੂੰ ਚੁਣਿਆ ਗਿਆ ਸੀਗਾ। ਫਿਰ ਅੱਗੇ ਵੇਖਦੇ ਹਾਂ, ਰਾਜ ਸਭਾ ਦਾ ਇੱਕ ਉਪ ਸਭਾਪਤੀ ਵੀ ਹੋਏਗਾ। ਰਾਜ ਸਭਾ ਦੇ ਉਪ ਸਭਾਪਤੀ ਬਾਰੇ ਪੜ੍ਹਦੇ ਹਾਂ। ਰਾਜ ਸਭਾ ਦਾ ਉਪ ਸਭਾਪਤੀ, ਇਹਦੇ ਵੀ ਜੋ ਭਾਰਤੀ ਸੰਵਿਧਾਨ ਦਾ ਅਨੁਛੇਦ ਹੈ 89, ਇਹਦਾ ਭਾਗ 2 ਹੈ। 89 ਅਨੁਛੇਦ ਦਾ ਭਾਗ 2, ਇਹਦੇ ਵਿੱਚ ਲਿਖਿਆ ਗਿਆ ਹੈ ਕਿ ਰਾਜ ਸਭਾ ਜੋ ਹੈ ਆਪਣਾ ਇੱਕ ਦੇ ਮੈਂਬਰਾਂ ਦੇ ਵਿੱਚੋਂ ਹੀ ਦੇ ਮੈਂਬਰ ਜੋ ਹੈ ਆਪਣੇ ਵਿੱਚੋਂ ਇੱਕ ਉਪ ਸਭਾਪਤੀ ਚੁਣਨਗੇ। ਭਾਵ ਕਿ ਰਾਜ ਸਭਾ ਦੇ ਜਿਹੜੇ ਮੈਂਬਰ ਹੈਗੇ ਆ ਉਹ ਆਪਣੇ ਅੰਦਰੋਂ ਹੀ ਇੱਕ ਉਪ ਸਭਾਪਤੀ ਨੂੰ ਚੁਣਨਗੇ, ਜੋ ਕਿ ਸਭਾਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਕੀ ਹੈ ਉਸ ਦੇ ਪਦ ਨੂੰ ਸੰਭਾਲੇਗਾ ਤੇ ਉਹਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੇਗਾ, ਉਹਦੇ ਕੰਮਾਂ ਨੂੰ ਸੰਭਾਲੇਗਾ। ਤੇ ਵਰਤਮਾਨ ਦੇ ਵਿੱਚ
ਉਪ ਸਭਾਪਤੀ ਕੌਣ ਹੈ? ਵਰਤਮਾਨ ਉਪ ਸਭਾਪਤੀ ਆਪਣੇ ਕੌਣ ਨੇ? ਤਾਂ ਉਹ ਨੇ ਆਪਣੇ ਹਰਿਵੰਸ਼ ਨਾਰਾਇਣ ਸਿੰਘ। ਹਰਿਵੰਸ਼ ਨਾਰਾਇਣ ਸਿੰਘ ਇਹ ਜੋ ਨੇ ਵਰਤਮਾਨ ਰਾਜ ਸਭਾ ਦੇ ਉਪ ਸਭਾਪਤੀ ਨੇ। ਤੇ ਉਪ ਸਭਾਪਤੀ ਦਾ ਜੋ ਕੰਮ ਹੈ ਉਹ ਕੀ ਹੈ? ਸਭਾਪਤੀ ਦੀ ਗੈਰ ਹਾਜ਼ਰੀ ਵਿੱਚ ਸਭਾਪਤੀ ਦੇ ਕਰਤੱਵਾਂ ਨੂੰ ਨਿਭਾਉਣਾ। ਜਾਂ ਕਰਤੱਵਾਂ ਦੀ ਪਾਲਣਾ ਕਰਨਾ। ਭਾਵ ਜੋ ਸਭਾਪਤੀ ਦੇ ਕੰਮ ਨੇ ਉਹ ਉਪ ਸਭਾਪਤੀ ਕਰੇਗਾ ਜਦੋਂ ਸਭਾਪਤੀ ਗੈਰ ਹਾਜ਼ਰ ਹੋਏਗਾ। ਤਾਂ ਇਹ ਸੀਗਾ ਆਪਣੇ ਉਪ ਸਭਾਪਤੀ ਬਾਰੇ। ਅੱਗੇ ਆਪਾਂ ਰਾਜ ਸਭਾ ਦੀਆਂ ਸ਼ਕਤੀਆਂ ਦੇ ਬਾਰੇ ਪੜ੍ਹਾਂਗੇ ਤੇ ਇਹਦੇ ਕੰਮ ਨੇ ਰਾਜ ਸਭਾ ਦੇ, ਉਹ ਪੜ੍ਹਾਂਗੇ ਕਿ ਰਾਜ ਸਭਾ ਦੇ ਮੈਂਬਰਾਂ ਦੇ ਕੀ ਕੰਮ ਨੇ ਤੇ ਇਹਦੀਆਂ ਸ਼ਕਤੀਆਂ ਕੀ ਨੇ। ਤਾਂ ਆਪਾਂ ਰਾਜ ਸਭਾ ਤੇ ਜਾਂ ਜੋ ਸ਼ਕਤੀਆਂ ਨੇ ਤੇ ਉਹਦੇ ਕੰਮ ਜੋ ਨੇ ਉਹ ਪੜ੍ਹਾਂਗੇ। ਤਾਂ ਪਹਿਲਾ ਕੰਮ ਇਹਦਾ ਕੀ ਹੈ ਰਾਜ ਸਭਾ ਦਾ? ਰਾਜ ਸਭਾ ਜੋ ਹੈ ਲੋਕ ਸਭਾ ਦੇ ਨਾਲ ਮਿਲ ਕੇ ਕਾਨੂੰਨ ਬਣਾਉਣ ਦਾ ਕੰਮ ਕਰਦੀ ਹੈ। ਅਤੇ ਸੰਵਿਧਾਨ ਵਿੱਚ ਸੰਸ਼ੋਧਨ ਕਰਦੀ ਹੈ। ਭਾਵ ਕਿ ਸੰਸਦ ਦੇ ਜੋ ਦੋ ਸਦਨ ਨੇ ਰਾਜ ਸਭਾ ਤੇ ਲੋਕ ਸਭਾ, ਉਹਦੇ ਵਿੱਚ ਰਾਜ ਸਭਾ ਦਾ ਕੰਮ ਕੀ ਹੈ ਕਿ ਲੋਕ ਸਭਾ ਦੇ ਨਾਲ ਮਿਲ ਕੇ ਕਾਨੂੰਨ ਬਣਾਉਣ ਦਾ ਕੰਮ ਕਰਦੀ ਹੈ। ਦੂਜਾ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰ ਸਕਦੀ ਹੈ। ਸੰਸਦ ਦਾ ਅਭਿੰਨ ਅੰਗ ਹੋਣ ਕਰਕੇ ਇਸ ਦੀ ਸਹਿਮਤੀ ਤੋਂ ਬਿਨਾਂ ਜੋ ਕੋਈ ਵੀ ਵਿਧੇਇਕ ਹੈ ਕਾਨੂੰਨ ਨਹੀਂ ਬਣ ਸਕਦਾ। ਅਤੇ ਨਾਲ ਹੀ ਕੀ ਹੈ ਸੰਸਦ ਦਾ ਅਟੁੱਟ ਅੰਗ ਹੋਣ ਕਰਕੇ ਕੋਈ ਵੀ ਬਿੱਲ ਜੋ ਹੈ ਕਾਨੂੰਨ ਨਹੀਂ ਬਣ ਸਕਦਾ। ਭਾਵ ਕਿ ਜੇਕਰ ਕਿਸੇ ਬਿੱਲ ਨੂੰ ਸੰਸਦ ਦੇ ਵਿੱਚ ਪਾਸ ਕਰਾਉਣਾ ਤਾਂ ਲੋਕ ਸਭਾ ਦੇ ਵਿੱਚ ਵੀ ਔਰ ਲੋਕ ਸਭਾ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੇ ਵਿੱਚ ਉਹ ਪਾਸ ਹੋਣਾ ਜ਼ਰੂਰੀ ਹੈ। ਰਾਜ ਸਭਾ ਦੇ ਵਿੱਚ ਪਾਸ ਹੋਏ ਤੋਂ ਬਿਨਾਂ ਉਹ ਕਾਨੂੰਨ ਨਹੀਂ ਬਣ ਪਾਏਗਾ। ਦੂਜਾ ਹੈ ਕੇਵਲ ਰਾਜ ਸਭਾ ਨੂੰ ਹੀ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਸੰਵਿਧਾਨ ਦੇ ਅਨੁਛੇਦ 312 ਦੇ ਤਹਿਤ ਅਖਿਲ ਭਾਰਤੀ ਸੇਵਾਵਾਂ ਦਾ ਵਿਸਥਾਰ ਕਰ ਸਕਦੀ ਹੈ, ਉਹਨਾਂ ਨੂੰ ਸਿਰਜ ਸਕਦੀ ਹੈ, ਉਹਨਾਂ ਦਾ ਨਿਰਮਾਣ ਕਰ ਸਕਦੀ ਹੈ। ਭਾਵ ਸੰਵਿਧਾਨ ਦੇ ਅਨੁਛੇਦ 312 ਦੇ ਤਹਿਤ ਅਖਿਲ ਭਾਰਤੀ ਸੇਵਾਵਾਂ ਦੀ ਸਿਰਜਣਾ ਕਰ ਸਕਦੀ ਹੈ। ਅਖਿਲ ਭਾਰਤੀ ਸੇਵਾਵਾਂ ਦੀ ਸਿਰਜਣਾ ਕਰ ਸਕਦੀ ਹੈ। ਤੀਜਾ ਆਪਣਾ ਇਹਦਾ ਪੁਆਇੰਟ ਬਣੇਗਾ ਕੇਵਲ ਰਾਜ ਸਭਾ ਨੂੰ ਹੀ ਇਹ ਅਧਿਕਾਰ ਹੈ ਕਿ ਉਹ ਅਨੁਛੇਦ 249 ਦੇ ਤਹਿਤ ਰਾਜ ਸੂਚੀ ਦੇ ਕਿਸੇ ਵੀ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰ ਸਕਦੀ ਹੈ। ਰਾਜ ਸਭਾ ਨੂੰ ਕੀ ਹੈ ਕਿ ਸੰਵਿਧਾਨ ਦਾ ਜੋ ਅਨੁਛੇਦ ਹੈ ਦੋ ਸੌ 49 ਇਹਦੇ ਵਿੱਚ ਜੋ ਰਾਜ ਸੂਚੀ ਦਿੱਤੀ ਹੋਈ ਹੈ
ਇਹਦੇ ਵਿਸ਼ੇ ਜੋ ਹੈ ਉਹਨੂੰ ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰ ਸਕਦੀ ਹੈ ਕਿ ਰਾਜ ਸੂਚੀ ਦੇ ਕਿਸੇ ਵੀ ਵਿਸ਼ੇ ਨੂੰ, ਕੋਈ ਵੀ ਟੌਪਿਕ ਹੈ, ਚਾਹੇ ਉਹ ਸਿੱਖਿਆ ਦਾ ਹੈ, ਚਾਹੇ ਉਹ ਪਰਿਆਵਰਣ ਦਾ ਹੈ, ਉਹਨੂੰ ਕੀ ਕਰ ਸਕਦੀ ਹੈ, ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰ ਸਕਦੀ ਹੈ। ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰ ਸਕਦੀ ਹੈ। ਤੇ ਇਹ ਜੋ ਅਧਿਕਾਰ ਮਿਲਿਆ ਹੋਇਆ ਇਹ ਆਪਣਾ ਰਾਜ ਸਭਾ ਨੇ ਪਹਿਲੀ ਵਾਰ ਕਦੋਂ ਯੂਜ਼ ਕੀਤਾ ਸੀਗਾ ਇਹਦਾ, ਇਸ ਅਧਿਕਾਰ ਦਾ ਜਿਹੜਾ ਹੈ ਪ੍ਰਯੋਗ 1952 ਦੇ ਵਿੱਚ 2 ਵਾਰ ਕੀਤਾ ਸੀਗਾ, 2 ਵਾਰ ਕੀਤਾ ਹੈ। ਕਦੋਂ ਕਦੋਂ ਕੀਤਾ ਹੈ? ਇੱਕ ਤੋਂ 1952 ਦੇ ਵਿੱਚ ਕੀਤਾ ਇੱਕ ਤਾਂ, ਅਤੇ ਦੂਜੀ ਵਾਰ ਕਦੋਂ ਯੂਜ਼ ਕੀਤਾ ਸੀਗਾ ਇਹਦਾ? 1986 ਦੇ ਵਿੱਚ ਪ੍ਰਯੋਗ ਕੀਤਾ ਸੀਗਾ ਕਿ ਉਹਨੇ ਰਾਜ ਸੂਚੀ ਦੇ ਕਿਸੇ ਵਿਸ਼ੇ ਨੂੰ ਕੱਢ ਕੇ ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰ ਦਿੱਤਾ ਸੀਗਾ। ਇਸ ਤੋਂ ਬਾਅਦ ਲੋਕ ਸਭਾ ਦੇ ਨਾਲ ਮਿਲ ਕੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਨਿਰਵਾਚਨ ਵਿੱਚ ਸ਼ਾਮਲ ਹੁੰਦੀ ਹੈ। ਲੋਕ ਸਭਾ ਨਾਲ ਮਿਲ ਕੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਨਿਰਵਾਚਨ ਕਰਦੀ ਹੈ। ਉਪ ਰਾਸ਼ਟਰਪਤੀ ਹੈ ਦੀ ਚੋਣ ਕਰਦੀ ਹੈ। ਮਿਲ ਕੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਕਰਦੀ ਹੈ ਤੇ ਲੋਕ ਸਭਾ ਦੇ ਨਾਲ ਮਿਲ ਕੇ ਹੀ ਮਹਾਭਿਯੋਗ ਕੱਢਦੀ ਹੈ। ਲੋਕ ਸਭਾ ਨਾਲ ਮਿਲ ਕੇ ਹੀ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਜੋ ਪ੍ਰਕਿਰਿਆ ਹੈ ਮਹਾਭਿਯੋਗ ਦੀ ਪ੍ਰਕਿਰਿਆ ਵਿੱਚ ਭਾਗ ਲੈਂਦੀ ਹੈ। ਰਾਜ ਸਭਾ ਦੀ ਮਨਜ਼ੂਰੀ ਤੋਂ ਬਿਨਾਂ ਮਹਾਭਿਯੋਗ ਜੋ ਹੈ ਪਾਸ ਨਹੀਂ ਹੋ ਸਕਦਾ ਤੇ ਰਾਸ਼ਟਰਪਤੀ ਨੂੰ ਇਹਦੇ ਸਹਿਯੋਗ ਤੋਂ ਬਿਨਾਂ ਹਟਾਇਆ ਨਹੀਂ ਜਾ ਸਕਦਾ। ਜੇਕਰ ਕੋਈ ਵੀ ਆਪਾਤਕਾਲ ਜੋ ਹੈ ਕੋਈ ਵੀ ਆਪਾਤਕਾਲ लगता है, चाहे राष्ट्रीय आपातकाल लगता है, चाहे संविधानिक आपातकाल लगता है, चाहे वित्तीय आपातकाल लगता है अपना, तो ਉਹਦੀ जो ਸਮਾਂ ਸੀਮਾ है ਸਮਾਂ ਸੀਮਾ जो है ਉਹਨੂੰ ਜੇ 1 ਮਹੀਨੇ ਤੋਂ ਵਧਾਉਣਾ ਹੈ ਤਾਂ ਇਹਦਾ ਅਪਰੂਵਲ ਜੋ ਹੈ अनुमति जो है लोक सभा की सहमति नाल दिंदी है। आपातकाल की समा सीमा जो है 1 महीने तो ਵਧਾਉਣ ਦੇ ਲਈ लोक सभा के नाल मिल के ਉਹਦੀ सहमति के नाल ही आपातकाल की समा सीमा जो है 1 महीने तो ਵਧਾ सकती है। तो ਇਹਦੇ ਨਾਲ ਹੀ ਆਪਣੇ ਰਾਜ ਸਭਾ ਦੀਆਂ ਸ਼ਕਤੀਆਂ ਦੇ ਕੰਮ ਜਿਹੜੇ ਆ ਕੰਪਲੀਟ ਹੋ ਜਾਂਦੇ ਆ। ਇਹ ਇਹਦੀਆਂ ਸ਼ਕਤੀਆਂ ਦੇ ਕੰਮ ਨੇ। ਅੱਗੇ ਆਪਾਂ ਪੜਾਂਗੇ ਲੋਕ ਸਭਾ ਦੇ ਬਾਰੇ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੋ ਹੈ ਚੈਨਲ ਨੂੰ ਕਰ ਲਓ। ਧੰਨਵਾਦ।